ਲੜੀਵਾਰ ਗੁਰਬਾਣੀ ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਆਪ ਜੀਆਂ ਨੇ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਨਾਲ ਸਾਂਝ ਪਾਉਣ ਲਈ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਵਿੱਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਅੰਮ੍ਰਿਤਮਈ ਬਾਣੀ ਦੇ ਦੁਆਰਾ ਪਵਿੱਤਰ ਬਾਣੀ ਦੇ ਰਾਹੀਂ ਸਾਨੂੰ ਦੁਨਿਆਵੀ ਮਨੁੱਖੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਤੀਜਾ। ਇਕ ਓੰਕਾਰ ਸਤ ਗੁਰ ਪ੍ਰਸਾਦ। ਬਾਬੀਹਾ ਤੂੰ ਸਹਿਜ ਬੋਲ, ਸੱਚੇ ਸ਼ਬਦ ਸੁਭਾਏ। ਸਭ ਕਿਛ ਤੇਰੇ ਨਾਲ ਹੈ, ਸਤਿਗੁਰ ਦੀਆ ਦਿਖਾਏ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਦੇ ਨਾਲ ਸਾਂਝ ਪਾਉਂਦੇ ਆ ਰਹੇ ਹੋ। ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤੇ ਹੋਏ ਪਾਵਨ ਸ਼ਲੋਕ, ਜੋ ਸ਼ਲੋਕ 12 ਤੇ ਵਧੀਕ ਦੇ ਸਿਰਲੇਖ ਹੇਠ ਸੁਭਾਏਮਾਨ ਹਨ। ਅੱਜ ਦੇ ਜੋ ਅੰਮ੍ਰਿਤਮਈ ਬਚਨ ਆਪ ਜੀ ਨੇ ਸਰਵਨ ਕੀਤੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ, ਪਾਵਨ ਅੰਗ 1419 ਔਰ 20 ਦੇ ਉੱਪਰ ਸੁਭਾਏਮਾਨ ਹੈ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਪਾਵਨ ਸ਼ਲੋਕ ਦੇ ਰਾਹੀਂ ਮਾਨਸਿਕ ਤਲ ਤੇ ਸਾਨੂੰ ਜਗਿਆਸੂ ਬਣਾ ਕੇ ਨਿਰੰਕਾਰ ਪਰਮੇਸ਼ਵਰ ਦੇ ਨਾਲ ਜੋੜਨਾ ਚਾਹੁੰਦੇ ਨੇ, ਜਿਹਦੇ ਵਿੱਚ ਬਬੀਹੇ ਦਾ ਹਵਾਲਾ ਜਿਹੜਾ ਉਹ ਦਿੱਤਾ ਗਿਆ ਕਿ ਹੇ ਮਨ, ਜਿਸ ਤਰ੍ਹਾਂ ਬਬੀਹਾ ਸਵੰਤੀ ਬੂੰਦ ਵਾਸਤੇ ਪੁਕਾਰ ਕਰਦਾ ਹੈ, ਇਸੇ ਤਰ੍ਹਾਂ ਤੂੰ ਵੀ ਪਰਮੇਸ਼ਵਰ ਦੇ ਨਾਮ ਦੀ ਸਵੰਤੀ ਬੂੰਦ ਵਾਸਤੇ ਪੁਕਾਰ ਕਰ, ਤਾਂ ਕਿ ਤੇਰੇ ਅੰਦਰ ਦੀ ਜਿਹੜੀ ਤ੍ਰਿਸ਼ਨਾ ਹੈ ਇਹ ਮੁੱਕ ਜਾਏ। ਪਰਮੇਸ਼ਵਰ ਦੇ ਨਾਮ ਦਾ ਰਸ ਲੈਣ ਵਾਸਤੇ ਤੂੰ ਇਹ ਜਗਿਆਸੂ ਬਣ ਕੇ ਆਪਣੇ ਅੰਦਰ ਪਿਆਸ ਪੈਦਾ ਕਰ। ਪਿਆਸ ਤਾਂ ਹੈ, ਪਰ ਜਿਹੜੀ ਇਹ ਪਿਆਸ ਤੈਨੂੰ ਲੱਗੀ ਹੋਈ ਹੈ, ਇਹਦੇ ਵਿੱਚ ਤੇਰੀ ਤ੍ਰਿਪਤੀ ਨਹੀਂ ਹੋ ਰਹੀ। ਇਹਦੇ ਵਿੱਚ ਤੇਰੀ ਪਿਆਸ ਜਿਹੜੀ ਹੈ ਉਹ ਤੈਨੂੰ ਵਿਕਾਰਾਂ ਵਾਲੇ ਪਾਸੇ ਲੈ ਜਾਂਦੀ ਹੈ। ਵਿਕਾਰਾਂ ਵਾਲੇ ਪਾਸੇ ਲਿਜਾ ਕੇ ਮਾੜੇ ਰਸ ਜਿਹੜੇ ਆ ਉਹ ਤੈਨੂੰ ਪੀਣ ਵਾਸਤੇ ਮਿਲਦੇ ਨੇ, ਜਿਹਦੇ ਨਾਲ ਜ਼ਿੰਦਗੀ ਸਵਰਦੀ ਨਹੀਂ ਸਗੋਂ ਵਿਗੜ ਜਾਂਦੀ ਹੈ। ਇਸ ਲਈ ਤੂੰ ਵਿਕਾਰਾਂ ਵਾਲੇ ਰਸ ਪਾਸੇ ਨਹੀਂ, ਤੂੰ ਪਰਮੇਸ਼ਵਰ ਦੇ ਨਾਮ ਦੇ ਰਸ ਵਾਲੇ ਪਾਸੇ ਜਗਿਆਸੂ ਬਣ। ਜਗਿਆਸੂ ਦਾ ਮਤਲਬ ਵੀ ਤੇਰੇ ਅੰਦਰ ਇੱਕ ਜਾਗਰਤਾ ਆਵੇ ਕਿ ਮੈਂ ਕਿਹੜੀ ਪਿਆਸ ਆਪਣੇ ਅੰਦਰ ਲਾ ਕੇ ਤੇ ਕਿਹੜਾ ਰਸ ਜਿਹੜਾ ਮੈਂ ਉਹ ਪੀਆਂ,
ਜਿਹਦੇ ਨਾਲ ਮੇਰੇ ਅੰਦਰ ਅਡੋਲਤਾ ਬਣ ਜਾਏ। ਮਨ ਵਿਕਾਰਾਂ ਵਾਲਾ ਰਸ ਜਿਹੜਾ ਹੈ ਇਹਨੂੰ ਪ੍ਰਾਪਤ ਕਰ ਰਿਹਾ ਹੈ, ਪਰ ਅੰਦਰ ਅਡੋਲਤਾ ਨਹੀਂ, ਅੰਦਰ ਸਹਿਜ ਅਵਸਥਾ ਨਹੀਂ ਬਣ ਰਹੀ। ਇਹੀ ਕਾਰਨ ਸੀ ਕਿ ਸਾਹਿਬ ਜੀ ਨੇ ਆਖਿਆ ਜਿੰਨੇ ਮਰਜ਼ੀ ਰਸ ਚੱਖ ਲਓ, ਪਿਆਸ ਇਦਾਂ ਨਹੀਂ ਬੁੱਝਣੀ। ਅਡੋਲਤਾ ਜਿਹੜੀ ਹੈ ਇਸ ਤਰ੍ਹਾਂ ਨਹੀਂ ਬਣੇਗੀ, ਸਹਿਜ ਅਵਸਥਾ ਵਿੱਚ ਇਸ ਤਰ੍ਹਾਂ ਨਹੀਂ ਆਇਆ ਜਾ ਸਕਦਾ। ਅਸੀਂ ਜਿੰਨੇ ਮਰਜ਼ੀ ਰਸ ਜਿਹੜੇ ਨੇ ਉਹ ਦੁਨਿਆਵੀ ਤਲ ਉੱਤੇ ਵਿਕਾਰਾਂ ਦੇ ਰੂਪ ਵਿੱਚ, ਜਿੰਨੇ ਮਰਜ਼ੀ ਸਾਨੂੰ ਵਿਕਾਰਾਂ ਦੇ ਰਸ ਦੀਆਂ ਬੂੰਦਾਂ ਪੀਣ ਵਾਸਤੇ ਮਿਲ ਜਾਣ, ਪਰ ਸੱਚ ਤਾਂ ਇਹ ਹੈ ਕਿ ਇਹ ਰਸਨਾ ਤੂੰ ਅੰਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਈ, ਤੇਰੀ ਪਿਆਸ ਜਾ ਹੀ ਨਹੀਂ ਸਕਦੀ। ਹੁਣ ਇਹ ਮਨ ਰੂਪੀ ਰਸਨਾ ਨੂੰ ਬਿਆਨ ਕੀਤਾ ਹੈ। ਜਿੰਨੇ ਵੀ ਅਸੀਂ ਰਸ ਜਿਹੜੇ ਆ ਉਹ ਮਨ ਦੇ ਤਲ ਤੇ ਪੀ ਰਹੇ ਹਾਂ ਜਾਂ ਉਹਨਾਂ ਦਾ ਸਵਾਦ ਅਸੀਂ ਚੱਖ ਰਹੇ ਹਾਂ। ਆਨ ਰਸਾ ਜੇਤੇ ਤੈਂ ਚੱਖੈ, ਨਿਮਖ ਨਾ ਤ੍ਰਿਸ਼ਨਾ ਤੇਰੀ ਲੱਥ ਹੈ। ਨਿਮਖ ਪਲ ਜਿੰਨੀ ਵੀ ਅੰਦਰ ਤ੍ਰਿਸ਼ਨਾ ਦੇ ਵਿੱਚੋਂ ਰਾਹਤ ਨਹੀਂ ਮਿਲ ਰਹੀ, ਤੇ ਜਿੰਨੀ ਤ੍ਰਿਸ਼ਨਾ ਵੱਧਦੀ ਜਾਏਗੀ ਉਨਾ ਮਨ ਵੀ ਭਟਕਦਾ ਜਾਏਗਾ, ਉਨੀ ਅਡੋਲਤਾ ਵੀ ਅੰਦਰ ਬੇਚੈਨੀ ਵੀ ਵੱਧਦੀ ਜਾਏਗੀ। ਉੱਥੇ ਫਿਰ ਕੀ ਹੈ, ਅਡੋਲਤਾ ਨਹੀਂ ਬਣੇਗੀ। ਹਰ ਵੇਲੇ ਮਨ ਡੋਲਦਾ ਰਹੇਗਾ, ਹਰ ਵੇਲੇ ਅੰਦਰ ਬੇਚੈਨੀ ਜਿਹੜੀ ਹੈ ਉਹ ਬਣੀ ਰਹੇਗੀ, ਮਨ ਨੂੰ ਸਕੂਨ ਨਹੀਂ ਮਿਲੇਗਾ। ਜਿੰਨੇ ਵੀ ਹੋਰ ਰਸ ਨੇ, ਆਨ ਰਸਾ ਜੇਤੇ ਤੈਂ ਚਾਖੈ, ਨਿਮਕ ਨਾ ਤ੍ਰਿਸ਼ਨਾ ਤੇਰੀ ਲੱਥ ਹੈ। ਹਰ ਰਸ ਕਾ ਤੂੰ ਚਾਖੈ ਸਾਧ, ਚਾਖਤ ਹੋਏ ਰਹਿ ਬਿਸਮਾਦ। ਜੇ ਕਿਤੇ ਤੂੰ ਹਰੀ ਦੇ ਨਾਮ ਦੇ ਰਸ ਨੂੰ ਚੱਖ ਲਵੇਂ ਨਾ, ਤੇ ਤੇਰੇ ਅੰਦਰ ਦੀ ਤ੍ਰਿਸ਼ਨਾ ਜਿਹੜੀ ਹੈ ਉਹ ਮੁੱਕ ਜਾਏਗੀ, ਤੇਰੀ ਭਟਕਣਾ ਮੁੱਕ ਜਾਏਗੀ ਔਰ ਤੇਰਾ ਡੋਲਣਾ ਖਤਮ ਹੋ ਜਾਏਗਾ। ਅਡੋਲ ਹੋ ਕੇ ਟਿਕ ਕੇ ਤੂੰ ਆਪਣੇ ਜੀਵਨ ਦਾ ਰਸ ਲੈ ਸਕਦਾ ਹੈ। ਪਰ ਇਸ ਪਾਸੇ ਮਨ ਨੂੰ ਜਿਗਿਆਸੂ ਬਣਨਾ ਪੈਣਾ। ਇਹਦੇ ਅੰਦਰ ਇੱਕ ਜੀਵਨ ਦੀ ਆਸ ਭਰਨੀ ਪੈਣੀ ਹੈ, ਕਿਉਂਕਿ ਜਿਹਨੂੰ ਇਹ ਜੀਵਨ ਮੰਨ ਕੇ ਬੈਠਾ ਹੋਇਆ ਹੈ ਕਿ ਆਹ ਜੀਵਨ ਹੈ, ਇਹਨੂੰ ਜ਼ਿੰਦਗੀ ਕਹਿੰਦੇ ਨੇ, ਨਹੀਂ, ਉੱਥੇ ਤੇ ਪਤਾ ਨਹੀਂ ਕਿੰਨੀ ਵਾਰ ਆਤਮਕ ਮੌਤ ਹੁੰਦੀ ਹੈ, ਕਿੰਨੀ ਵਾਰ ਜ਼ਮੀਰ ਦੇ ਤਲ ਤੇ ਮੌਤ ਹੁੰਦੀ ਹੈ, ਪਰ ਅਸੀਂ ਤੇ ਸਦਾ ਲਈ ਜੀਵਤ ਹੋਣਾ ਹੈ। ਉਹ ਕਿਵੇਂ ਹੋਇਆ ਜਾ ਸਕਦਾ ਹੈ? ਜਦੋਂ ਅਸੀਂ ਜਗਿਆਸੂ ਵਾਲੀ ਅਵਸਥਾ ਆਪਣੇ ਅੰਦਰ ਬਣਾਵਾਂਗੇ। ਇਸ ਲਈ ਸਤਿਗੁਰੂ ਪਾਤਸ਼ਾਹ ਜੀ ਮਨ ਨੂੰ ਬਬੀਹਾ ਕਹਿ ਕੇ ਸੰਬੋਧਨ ਕਰਕੇ ਕਹਿ ਰਹੇ ਨੇ, ਮਨ ਤੂੰ ਉਸ ਬਬੀਹੇ ਦੀ ਤਰ੍ਹਾਂ ਜੇ ਮਾਲਕ ਦੇ ਘਰ ਵਿੱਚੋਂ ਦੀ ਬਖਸ਼ਿਸ਼ਾਂ ਲੈਣਾ ਚਾਹੁੰਦਾ ਹੈ ਤਾਂ ਫਿਰ ਨਿਰੰਕਾਰ ਵੱਲ ਨੂੰ ਮੁੱਖ ਕਰਕੇ ਪੁਕਾਰ ਕਰ। ਹੁਣ ਮਨ ਨੂੰ ਇੱਕ ਦੀ ਸਮਝ ਨਾ ਆਈ, ਇੱਕ ਦੀ ਸੋਝੀ ਨਾ ਹੋਈ, ਇੱਕ ਦਾ ਗਿਆਨ ਨਾ ਹੋਇਆ, ਇਹਨੇ ਹਰ ਪਾਸੇ ਮੂੰਹ ਕਰਕੇ ਪੁਕਾਰ ਕੀਤੀ, ਭਾਵ ਜਿੱਧਰ ਵੀ ਕਿਸੇ ਨੇ ਆਖਿਆ ਬਸ ਉਸੇ ਪਾਸੇ ਨੂੰ ਮੂੰਹ ਕਰਕੇ ਪੁਕਾਰ ਕਰਨ ਲੱਗ ਪਿਆ। ਔਰ ਜਾਂ ਫਿਰ ਕਹਿ ਲਓ ਕਿ ਪੁਕਾਰ ਵੀ ਕਰਦਾ ਹੈ ਤੇ ਰੋਲਾ ਵੀ ਪਾਉਂਦਾ ਹੈ, ਸ਼ੋਰ ਵੀ ਮਚਾਉਂਦਾ ਹੈ। ਪਰ ਜਦੋਂ ਇਹਨੂੰ ਇੱਕ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਜੀ ਦੀ ਸਮਝ ਆ ਜਾਏਗੀ ਤੇ ਇਹਦਾ ਮੁੱਖ ਸਿਰਫ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਵੱਲ ਹੋਏਗਾ। ਉੱਥੇ ਫਿਰ ਇਹਦੇ ਅੰਦਰ ਸਹਿਜ ਹੈ, ਅਡੋਲਤਾ ਹੈ, ਉੱਥੇ ਕੋਈ ਰੋਲਾ ਨਹੀਂ, ਕੋਈ ਸ਼ੋਰ ਨਹੀਂ। ਸਤਿਗੁਰੂ ਪਾਤਸ਼ਾਹ ਜੀ ਨੇ ਜੋ ਅੰਮ੍ਰਿਤਮਈ ਬਾਣੀ ਵਿੱਚ ਕਿਰਪਾ ਕੀਤੀ, ਕੱਲ ਵੀ ਆਪ ਜੀ ਨੇ ਬਬੀਹੇ ਦੀ ਅਵਸਥਾ ਨੂੰ ਸਮਝਦਿਆਂ ਹੋਇਆਂ ਮਨ ਕਰਕੇ ਜਾਣਨ ਦਾ ਯਤਨ ਕੀਤਾ ਕਿ ਕਿਵੇਂ ਅਸੀਂ ਉਸ ਮਾਲਕ ਦੇ ਅੱਗੇ ਪੁਕਾਰ ਜਿਹੜੀ ਹੈ ਉਹ ਕਰਕੇ ਪ੍ਰੇਮ ਵਿੱਚ, ਪਿਆਰ ਵਿੱਚ ਭਿੱਜ ਕੇ ਨਾਮ ਦੇ ਉਸ ਰਸ ਵਿੱਚੋਂ ਦੀ ਸਵਾਂਤੀ ਬੂੰਦ ਨੂੰ ਜਿਹੜਾ ਹੈ ਉਹ ਪ੍ਰਾਪਤ ਕਰਨਾ ਹੈ। ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਸੀ, ਗੁਰ ਮਿਲੇ ਸ਼ੀਤਲ ਜਲ ਪਾਇਆ। ਗੁਰੂ ਕੋਲੋਂ ਗਿਆਨ ਜਦੋਂ ਸਾਨੂੰ ਮਿਲੇਗਾ, ਅਸੀਂ ਸਤਿਗੁਰੂ ਕੋਲ ਆਏ ਹਾਂ,
ਸਤਿਗੁਰੂ ਜੀ ਕੋਲ ਅਸੀਂ ਕੀ ਲੈਣ ਵਾਸਤੇ ਆਏ ਹਾਂ? ਸਭ ਤੋਂ ਪਹਿਲੇ ਤੇ ਸਾਨੂੰ ਇਹ ਸਮਝ ਹੋਣੀ ਚਾਹੀਦੀ ਹੈ, ਕਿਉਂਕਿ ਆਮ ਤੌਰ ਤੇ ਜਦੋਂ ਅਸੀਂ ਦੁਨਿਆਵੀ ਤਲ ਤੇ ਵੇਖਾਂਗੇ ਤਾਂ ਤਕਰੀਬਨ ਸਾਨੂੰ ਹਰ ਕੋਈ ਇਹੀ ਕਹੇਗਾ ਵੀ ਮੈਂ ਤੇ ਗੁਰੂ ਦੇ ਕੋਲ ਬਾਹਰ ਦਾ ਸੁੱਖ, ਘਰ ਦਾ ਸੁੱਖ, ਪਰਿਵਾਰ ਦਾ ਸੁੱਖ, ਧੀਆਂ ਪੁੱਤਰ ਦਾ ਸੁੱਖ, ਕਾਰੋਬਾਰ ਦਾ, ਇਹ ਸੁੱਖ ਜਿਹੜੇ ਆ ਉਹ ਮੈਂ ਮੰਗਣ ਵਾਸਤੇ ਆਇਆ। ਮੁਬਾਰਕ ਹੈ, ਮੰਗਣੇ ਵੀ ਨੇ, ਪਰ ਸਾਡਾ ਜਿਹੜਾ ਅਸਲ ਮਕਸਦ ਹੈ ਗੁਰੂ ਦੇ ਦੁਆਰੇ ਆਉਣ ਦਾ, ਸਤਿਗੁਰੂ ਨੂੰ ਮਿਲਣ ਦਾ ਸਾਡਾ ਮਕਸਦ ਕੀ ਹੈ ਕਿ ਸਤਿਗੁਰੂ ਨੂੰ ਮਿਲ ਕੇ ਸਾਨੂੰ ਉਹ ਨਾਮ ਦਾ ਜਲ ਮਿਲ ਜਾਏ, ਸਾਨੂੰ ਨਾਮ ਦਾ ਰਸ ਮਿਲ ਜਾਏ, ਸਾਨੂੰ ਨਾਮ ਦੇ ਰਸ ਵਿੱਚੋਂ ਸਵੰਤੀ ਬੂੰਦ ਦੀ ਪ੍ਰਾਪਤੀ ਹੋ ਜਾਏ। ਸਾਡਾ ਮਨ ਜਿਹੜਾ ਹੈ ਵਿਕਾਰਾਂ ਵਾਲੇ ਪਾਸਿਓਂ ਹਟ ਕੇ ਨਿਰੰਕਾਰ ਨੂੰ ਮਿਲਣ ਵਾਸਤੇ ਅੰਦਰ ਜਗਿਆਸੂ ਵਾਲੀ ਅਵਸਥਾ ਬਣਾ ਲਏ। ਸਾਡਾ ਗੁਰੂ ਸਾਹਿਬ ਜੀ ਨੂੰ ਮਿਲਣਾ ਇਸ ਕਰਕੇ ਹੈ। ਗੁਰਬਾਣੀ ਦਾ ਅਭਿਆਸ ਵੀ ਇਸੇ ਤਲ ਤੇ ਹੈ ਕਿ ਸਾਡੇ ਮਨ ਵਿੱਚ ਜਾਗਰਤਾ ਆ ਜਾਏ, ਮਨ ਨੂੰ ਸੋਝੀ ਆ ਜਾਏ, ਮਨ ਨੂੰ ਗਿਆਨ ਆ ਜਾਏ। ਸਤਿਗੁਰੂ ਮਹਾਰਾਜ ਜੀ ਕਹਿੰਦੇ ਗੁਰ ਮਿਲੇ ਸ਼ੀਤਲ ਜਲ ਪਾਇਆ। ਗੁਰ ਨੂੰ ਗਿਆਨ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਰਾਰਾ ਮੁਕਤ ਹੈ। ਗੁਰ ਮਿਲੇ, ਕਈ ਵਾਰੀ ਅਸੀਂ ਕਹਿੰਦੇ ਆ ਵੀ ਆਹ ਗੁਰ ਤੂੰ ਕਿੱਥੋਂ ਸਿੱਖਿਆ, ਆਹ ਗੁਰ ਤੂੰ ਕਿੱਥੋਂ ਲਿਆ ਹੈ, ਭਾਵ ਤੈਨੂੰ ਇਹ ਗਿਆਨ ਕਿੱਥੋਂ ਮਿਲਿਆ। ਇਸ ਲਈ ਕਹਿ ਰਹੇ ਨੇ ਕਿ ਗੁਰ ਮਿਲੇ ਸ਼ੀਤਲ ਜਲ ਪਾਇਆ। ਤੇ ਜਦੋਂ ਨਾਮ ਵਿੱਚੋਂ ਸ਼ੀਤਲ ਦਾ ਅਰਥ ਹੈ ਠੰਡਾ, ਠੰਡ ਪਾਉਣ ਵਾਲਾ। ਜਿਹੜੀ ਪਿਆਸ ਸਾਨੂੰ ਲੱਗੀ ਹੈ ਉਹਦੇ ਵਿੱਚ ਤ੍ਰਿਸ਼ਨਾ ਦੀ ਅੱਗ ਬਲ ਰਹੀ ਹੈ, ਔਰ ਅੱਗ ਦਾ ਕੰਮ ਹੈ ਸਾੜਨਾ। ਤ੍ਰਿਸ਼ਨਾ ਦੀ ਅੱਗ ਜਿਹੜੀ ਹੈ ਇਹ ਸਾਡੇ ਮਨ ਨੂੰ ਹਰ ਦਿਨ, ਹਰ ਸਮੇਂ, ਹਰ ਪਲ ਅੰਦਰੋਂ ਸਾੜ ਰਹੀ ਹੈ। ਤਾਂ ਹੀ ਤੇ ਅੰਦਰ ਭਾਂਡਾ ਹਰ ਵੇਲੇ ਤਪਦਾ ਰਹਿੰਦਾ ਹੈ, ਕਿਉਂਕਿ ਅੱਗ ਬਲਦੀ ਹੈ ਤੇ ਭਾਂਡਾ ਤੇ ਤਪੇਗਾ ਹੀ ਤਪੇਗਾ। ਤੇ ਜਦੋਂ ਅੱਗ ਬੁਝ ਜਾਏਗੀ ਭਾਂਡਾ ਵੀ ਸ਼ਾਂਤ ਹੋ ਜਾਏਗਾ। ਸਭ ਕਹਿੰਦੇ ਤੇਰਾ ਅੰਦਰ ਤਪ ਰਿਹਾ ਹੈ ਕਿਉਂਕਿ ਤ੍ਰਿਸ਼ਨਾ ਦੀ ਅੱਗ ਬੜੀ ਤੇਜ਼ ਹੈ। ਉਹਨੂੰ ਠੰਡਾ ਕਰਨ ਦਾ ਤੇਰੇ ਕੋਲ ਤਰੀਕਾ ਕੋਈ ਨਹੀਂ। ਜਿਹੜਾ ਤਰੀਕਾ ਸੀ ਤੂੰ ਉਹ ਪੱਲਾ ਛੱਡ ਬੈਠਾ ਹੈ। ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਵੈਕਾਰ, ਜੈ ਤਨ ਬਾਣੀ ਵਿਸਰ ਜਾਏ। ਉਹ ਜਿਹੜੀ ਅੰਮ੍ਰਿਤਮਈ ਬਾਣੀ ਨੇ ਤੇਰੇ ਅੰਦਰ ਤਪ ਦੇ ਕੜਾਹੇ ਨੂੰ, ਭਾਂਡੇ ਨੂੰ ਠੰਡਾ ਕਰਨਾ ਸੀ, ਤ੍ਰਿਸ਼ਨਾ ਦੀ ਅੱਗ ਨੂੰ ਬੁਝਾਉਣਾ ਸੀ, ਤੂੰ ਉਹ ਨਾਮ ਦਾ ਆਸਰਾ ਹੀ ਛੱਡ ਬੈਠਾ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ 부ਜੀ ਸ਼ੀਤਲ ਹੋਏ ਮਨੁਆ। ਸਤਿਗੁਰ ਕਾ ਦਰਸ਼ਨ ਪਾਏ ਜਿਉ, ਜਲਨ ਬੁਝ ਗਈ ਤੇ ਮਨ ਸ਼ੀਤਲ ਹੋ ਗਿਆ। ਮਨ ਜਿਹੜਾ ਸੀ ਉਹ ਬਿਲਕੁਲ ਕਹਿੰਦੇ ਸ਼ਾਂਤ ਹੋ ਗਿਆ। ਪਰ ਕਦੋਂ ਹੋਇਆ? ਜਦੋਂ ਗੁਰ ਮਿਲੇ ਸ਼ੀਤਲ ਜਲ ਪਾਇਆ, ਨਾਮ ਦੇ ਵਿੱਚੋਂ, ਗੁਰਬਾਣੀ ਵਿੱਚੋਂ। ਤੇ ਜਦੋਂ ਇਹ ਮਨ ਅੰਦਰ ਸ਼ੀਤਲ ਹੋ ਗਿਆ, ਸਭ ਦੁੱਖ ਨਿਵਾਰਨ ਹਾਰ, ਉਸ ਦੁੱਖਾਂ ਨੂੰ ਨਾਸ਼ ਕਰਨ ਵਾਲੇ ਪਰਮੇਸ਼ਵਰ ਨੇ ਜ਼ਿੰਦਗੀ ਵਿੱਚੋਂ ਦੀ ਸਾਰੇ ਦੁੱਖ ਜਿਹੜੇ ਆ ਉਹ ਦੂਰ ਕਰ ਦਿੱਤੇ। ਇਸ ਲਈ ਸਤਿਗੁਰੂ ਪਾਤਸ਼ਾਹ ਜੀ ਮਨ ਨੂੰ ਸੰਬੋਧਨ ਕਰਦੇ ਕਰਕੇ ਕਹਿ ਰਹੇ ਨੇ, ਮਨ ਤੂੰ ਬਬੀਹਾ ਬਣ ਔਰ ਸਵੰਤੀ ਬੂੰਦ ਪਰਮੇਸ਼ਵਰ ਦੇ ਨਾਮ ਦਾ ਰਸ ਲੈਣ ਵਾਸਤੇ ਪੁਕਾਰ ਕਰ। ਉਹਦੇ ਵਾਸਤੇ ਤੇਰੇ ਅੰਦਰ ਜਗਿਆਸੂ ਵਾਲੀ ਅਵਸਥਾ ਬਣਨੀ ਬੜੀ ਜ਼ਰੂਰੀ ਹੈ। ਤੋ ਅੱਜ ਦੇ ਅੰਮ੍ਰਿਤ ਬਚਨਾਂ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ। ਬਬੀਹਾ ਤੂੰ ਸਹਿਜ ਬੋਲ। ਸਹਿਜ ਦੇ ਜੱਜੇ ਨੂੰ ਸਿਹਾਰੀ ਹੈ, ਸਹਿਜ ਵਿੱਚ, ਅਡੋਲਤਾ ਵਿੱਚ ਪਰਮੇਸ਼ਵਰ ਦੇ ਨਾਮ ਦਾ ਉਚਾਰਨ ਕਰ। ਸੱਚਾ ਸ਼ਬਦ ਸੁਭਾਏ। ਸੁਭਾਏ ਦਾ ਅਰਥ ਹੁੰਦਾ ਪ੍ਰੇਮ ਵਿੱਚ, ਭਾਵਨਾ ਦੇ ਵਿੱਚ। ਤੂੰ ਸ਼ਬਦ ਵਿੱਚ ਭਾਵਨਾ, ਪ੍ਰੇਮ ਰੱਖ ਕੇ ਉਸ ਸੱਚੇ ਦੇ ਨਾਲ ਜੁੜਨ ਵਾਸਤੇ ਹੀ ਮਨ ਰੂਪੀ ਬਬੀਹਾ ਤੂੰ ਸਹਿਜ ਅਡੋਲਤਾ ਵਿੱਚ ਆਉਣ ਵਾਸਤੇ। ਬੋਲ ਦਾ ਇੱਥੇ ਅਰਥ ਹੈ ਕਿ ਉਹਦੇ ਨਾਮ ਨੂੰ ਸਿਮਰਿਆ ਕਰ।
ਉਹਦੇ ਨਾਮ ਨੂੰ ਜਪਿਆ ਕਰ, ਉਹਦੇ ਨਾਮ ਨੂੰ ਬੋਲਿਆ ਕਰ। ਹੁਣ ਬਾਹਰੋਂ ਮੁਖ ਤਾਂ ਬੋਲ ਰਿਹਾ ਹੈ, ਇਤੇ ਸਾਰੀ ਦਿਹਾੜੀ ਮੁਖ ਜਿਹੜਾ ਹੈ ਉਹ ਬੋਲੀ ਜਾ ਰਿਹਾ ਹੈ, ਸਾਰੀ ਦਿਹਾੜੀ ਮੁਖ ਤੋਂ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਨਿਕਲਦਾ ਹੈ। ਪਰ ਜਿੰਨਾ ਚਿਰ ਮਨ ਅੰਦਰ ਵਾਹਿਗੁਰੂ ਨਹੀਂ ਬੋਲੇਗਾ ਉਨਾ ਚਿਰ ਗੱਲ ਨਹੀਂ ਬਣਨੀ। ਤਾਈ ਤੇ ਸਾਹਿਬ ਨੇ ਕਿਹਾ ਸੀ, ਰਾਮ ਰਾਮ ਕਰਤਾ ਸਭ ਜਗ ਫਿਰੈ। ਸਾਰਾ ਜਗਤ ਹੀ ਮੁਖ ਤੋਂ ਉਚਾਰਨ ਕਰਦਾ ਹੈ, ਪਰ ਰਾਮ ਨਾ ਪਾਇਆ ਜਾਏ, ਇਸ ਤਰ੍ਹਾਂ ਉਹਦੀ ਪ੍ਰਾਪਤੀ ਨਹੀਂ ਹੈ। ਠੀਕ ਹੈ, ਬਾਹਰੋਂ ਇਹ ਮੁਖ ਜਿਹੜਾ ਸਾਨੂੰ ਬੋਲਣ ਵਾਸਤੇ ਦਿੱਤਾ ਹੈ, ਇਹਦੇ ਨਾਲ ਅਸੀਂ ਬੋਲਣਾ ਹੈ, ਪਰ ਇਸ ਢੰਗ ਨਾਲ ਬੋਲਣਾ ਕਿ ਇਹਦਾ ਬੋਲਿਆ ਹੋਇਆ ਮਨ ਤੱਕ ਪਹੁੰਚ ਜਾਏ। ਤੇ ਮਨ ਅੰਦਰ ਜਦੋਂ ਬੋਲੇਗਾ ਤੇ ਮਨ ਦਾ ਬੋਲਿਆ ਫਿਰ ਨਿਰੰਕਾਰ ਤੱਕ ਪਹੁੰਚਦਾ ਹੈ। ਕਈ ਵਾਰੀ ਸਾਡਾ ਆ ਬਾਹਰੋਂ ਬੋਲਿਆ ਹੋਇਆ ਬੋਲ ਜਿਹੜਾ ਹੈ ਉਹ ਸਾਡੇ ਬਿਲਕੁਲ ਜਿਹੜੇ ਕਰੀਬੀ ਨੇੜੇ ਦੇ ਹੁੰਦੇ ਆ, ਉਹ ਉੱਥੇ ਤੱਕ ਨਹੀਂ ਉਹ ਬੋਲ ਪਹੁੰਚਦਾ, ਭਾਵ ਅਸਰ ਨਹੀਂ ਕਰਦਾ। ਤੇ ਕਈ ਵਾਰੀ ਬੋਲਿਆ ਹੋਇਆ ਬੋਲ ਪੂਰੀ ਦੁਨੀਆ ਤੇ ਅਸਰ ਕਰ ਜਾਂਦਾ ਹੈ। ਮਨ ਜਦੋਂ ਅੰਦਰ ਬੋਲੇਗਾ ਤੇ ਉਹਦਾ ਬੋਲਿਆ ਹੋਇਆ ਜਿਹੜਾ ਹੈ ਉਹ ਨਿਰੰਕਾਰ ਤੱਕ ਪਹੁੰਚਦਾ ਹੈ। ਇਸ ਲਈ ਕਹਿ ਰਹੇ ਨੇ ਕਿ ਤੂੰ ਬਬੀਹਾ, ਹੇ ਮਨ ਰੂਪੀ ਬਬੀਹਾ, ਤੂੰ ਕੀ ਕਰ, ਤੂੰ ਪ੍ਰੇਮ ਵਿੱਚ, ਪਿਆਰ ਵਿੱਚ, ਸੁਭਾ ਇਹਦਾ ਅਰਥ ਹੈ ਪ੍ਰੇਮ ਵਿੱਚ, ਭਾਵਨਾ ਵਿੱਚ, ਸ਼ਬਦ ਨਾਲ ਜੁੜ ਕੇ ਉਸ ਸੱਚੇ ਦੇ ਨਾਮ ਦਾ ਉਚਾਰਨ ਕਰਿਆ ਕਰ। ਜੇ ਤੂੰ ਸਹਿਜ ਵਿੱਚ, ਅਡੋਲਤਾ ਵਿੱਚ ਆਉਣਾ ਚਾਹੁੰਦਾ ਹੈ, ਕਿ ਤੂੰ ਚਾਹੁੰਦਾ ਹੈ ਤੇਰੀ ਭਟਕਣਾ ਖਤਮ ਹੋ ਜਾਏ, ਤੇਰਾ ਬਾਰ-ਬਾਰ ਜਿਹੜਾ ਡਾਵਾਂ ਡੋਲ ਹੁੰਦਾ ਰਹਿਣਾ ਹੈ, ਇਹ ਡਾਵਾਂ ਡੋਲ ਹੋਣਾ ਤੇਰਾ ਖਤਮ ਹੋ ਜਾਏ, ਤੂੰ ਸਦਾ ਲਈ ਇੱਕ ਥਾਂ ਟਿਕ ਜਾਏ ਤੇ ਉਹ ਰਸ ਪ੍ਰਾਪਤ ਕਰਕੇ ਤੇਰੇ ਜੀਵਨ ਵਿੱਚ ਸਦਾ ਲਈ ਖੁਸ਼ੀਆਂ ਤੇ ਖੇੜਾ ਆ ਜਾਏ, ਉਹਦੇ ਵਾਸਤੇ ਫਿਰ ਬਬੀਹਾ, ਹੇ ਮਨ ਰੂਪੀ ਬਬੀਹਾ, ਤੈਨੂੰ ਪ੍ਰੇਮ ਵਿੱਚ ਆ ਕੇ, ਪਿਆਰ ਵਿੱਚ ਆ ਕੇ ਸੱਚੇ ਦੇ ਨਾਮ ਦਾ ਉਚਾਰਨ ਕਰਨਾ ਪਏਗਾ। ਜਦੋਂ ਤੂੰ ਸੱਚੇ ਦੇ ਨਾਮ ਨੂੰ ਬੋਲੇਗਾ, ਜਪੇਗਾ, ਉਹਦੇ ਨਾਮ ਦਾ ਉਚਾਰਨ ਕਰੇਗਾ, ਤਾਂ ਤੇਰੇ ਅੰਦਰ ਫਿਰ ਜਿਹੜੀ ਹੈ ਉਹ ਆਤਮਿਕ ਅਡੋਲਤਾ ਬਣ ਜਾਏਗੀ। ਹੁਣ ਮਨ ਜਿਹੜਾ ਹੈ, ਜੇ ਮਨ ਵਿੱਚ ਟਿਕਾ ਨਹੀਂ ਆਇਆ ਤੇ ਅੰਦਰ ਆਤਮਿਕ ਜੀਵ ਜਿਹੜਾ ਬੈਠਾ ਹੈ ਉਹਨੂੰ ਵੀ ਟਿਕਾ ਕੋਈ ਨਹੀਂ ਆਉਣਾ, ਉਹਦੀ ਵੀ ਬੇਚੈਨੀ ਵੱਧਦੀ ਜਾਣੀ ਹੈ। ਥੋੜਾ ਜਿਹਾ ਇਹਨੂੰ ਇਸ ਤਰ੍ਹਾਂ ਸਮਝ ਲੈਣਾ, ਅਸੀਂ ਕਿਸੇ ਪ੍ਰਾਣੀ ਨੂੰ ਭੇਜਿਆ ਵੀ ਤੂੰ ਆਹ ਕਾਰਜ ਜਿਹੜਾ ਉਹ ਕਰਕੇ ਆ, ਤੇ ਜਿੰਨਾ ਜਲਦੀ ਹੋ ਸਕੇ ਇਹ ਕਾਰਜ ਕਰਕੇ ਆ ਜਾਈਂ, ਕਿਉਂਕਿ ਸਮੇਂ ਦਾ ਪਤਾ ਕੋਈ ਨਹੀਂ, ਸਮਾਂ ਕਦੋਂ ਮੁੱਕਣਾ। ਹੁਣ ਅਸੀਂ ਭੇਜ ਦਿੱਤਾ, ਉਹਦੀ ਉਡੀਕ ਵਿੱਚ ਬੈਠ ਗਏ, ਰਸਤਾ ਵੇਖ ਰਹੇ ਹਾਂ, ਹੁਣੇ ਆਇਆ, ਹੁਣੇ ਆਇਆ, ਹੁਣੇ ਆਇਆ। ਜਿਹੜਾ ਭੇਜਿਆ ਸੀ ਉਹ ਤੇ ਅਗਾਂਹ ਜਾ ਕੇ ਜਦੋਂ ਦੋ ਰਸਤੇ ਆਏ, ਉਹ ਦੋ ਰਸਤਿਆਂ ਵਿੱਚ ਹੀ ਭਟਕ ਗਿਆ। ਜਦੋਂ ਚੌਰਾਹਾ ਆਇਆ, ਚਾਰ ਰਸਤੇ ਆਏ ਤੇ ਚਾਰਾਂ ਰਸਤਿਆਂ ਦੇ ਵਿੱਚ ਹੀ ਉਹ ਭਟਕ ਗਿਆ। ਦੁਬਿਧਾ ਉਹਦੇ ਅੰਦਰ ਪੈਦਾ ਹੋ ਗਈ, ਉਹਨੇ ਜਾਣਾ ਸੀ ਸੱਜੇ ਪਾਸੇ, ਚਲਾ ਗਿਆ ਖੱਬੇ ਪਾਸੇ, ਜਾਣਾ ਸੀ ਸੌਦਾ ਹੋਰ ਲੈਣ ਲਈ, ਚਲਾ ਗਿਆ ਹੋਰ ਸੌਦੇ ਵਾਸਤੇ। ਹੁਣ ਉਹ ਜਿਹੜੇ ਰਾਹ ਗਿਆ ਮੁੜ ਕੇ ਉਸ ਰਾਹ ਵਾਪਸ ਆਇਆ ਹੀ ਨਹੀਂ, ਤੇ ਉਹ ਤੇ ਅਡੋਲਤਾ ਅੰਦਰ ਉਹਦੇ ਬਣੀ ਨਹੀਂ, ਉਹ ਡੋਲ ਗਿਆ। ਪਰ ਜਿਹਨੇ ਭੇਜਿਆ ਸੀ ਉਹਦੀ ਬੇਚੈਨੀ ਵੱਧਦੀ ਜਾਂਦੀ ਹੈ, ਉਹਦੀ ਬੇਚੈਨੀ ਵੱਧ ਰਹੀ ਹੈ, ਉਡੀਕ ਵਿੱਚ ਵੀ ਹੁਣੇ ਆਏਗਾ, ਹੁਣੇ ਆਏ। ਕਈ ਵਾਰ ਨਾ ਅਸੀਂ ਕਿਸੇ ਦਾ ਇੰਤਜ਼ਾਰ ਘਰ ਵਿੱਚ ਬੈਠ ਕੇ ਕਰੀਏ ਤੇ ਉਹ ਬੇਚੈਨੀ ਉਨਾ ਚਿਰ ਬਣੀ ਰਹਿੰਦੀ ਜਿੰਨਾ ਚਿਰ ਉਹ ਵਾਪਸ ਆ ਨਾ ਜਾਏ ਜਾਂ ਘਰ ਤੱਕ ਉਹਦੀ ਪਹੁੰਚ ਨਾ ਹੋਵੇ। ਬਸ ਸਾਡਾ ਜੀਵ ਆਤਮਾ ਜਿਹੜਾ ਅੰਦਰ ਹੈ ਨਾ, ਉਹਦੀ ਵੀ ਬੇਚੈਨੀ ਵੱਧ ਰਹੀ ਹੈ, ਕਿਉਂਕਿ ਉਹਨੇ ਮਨ ਨੂੰ ਭੇਜਿਆ ਸੀ ਕਿ ਤੂੰ ਨਾਮ ਦੀ ਸਵੰਤੀ ਬੂੰਦ ਲੈ ਕੇ ਆ, ਤੂੰ ਨਾਮ ਦਾ ਰਸ ਲੈ ਕੇ ਆ, ਤੂੰ ਨਾਮ ਨੂੰ ਸਿਮਰ ਕੇ ਆ, ਨਾਮ ਦਾ ਖਜ਼ਾਨਾ ਲੈ ਕੇ ਆ। ਹੁਣ ਜੀਵ ਆਤਮਾ ਨੇ ਭੇਜਿਆ, ਕਿਉਂਕਿ ਨਾਮ ਦੇ ਰਸ ਦੀ ਜ਼ਰੂਰਤ ਜੀਵ ਆਤਮਾ ਨੂੰ ਹੈ। ਜੀਵ ਆਤਮਾ ਨੇ ਨਾਮ ਦੀ ਖੁਰਾਕ ਲੈ ਕੇ ਨਿਰੰਕਾਰ ਤੱਕ ਪਹੁੰਚਣਾ ਹੈ। ਹੁਣ ਮਨ ਨੂੰ ਭੇਜਿਆ ਸੀ, ਮਨ ਕੀ ਹੋਇਆ, ਮਨ ਇਸ ਮਾਇਆ ਵਿੱਚ ਹੀ ਮੋਹਿਤ ਹੋ ਗਿਆ। ਇੱਥੇ ਤ੍ਰਿਸ਼ਨਾ ਦੀ ਐਸੀ ਅੰਦਰ ਪਿਆਸ ਇਹਨੂੰ ਲੱਗ ਗਈ, ਤ੍ਰਿਸ਼ਨਾ ਦੀ ਅੱਗ ਇਹਦੇ ਅੰਦਰ ਐਸੀ ਬਲ ਗਈ ਕਿ ਇਹਨੇ ਪਿਛਾਂ ਨੂੰ ਮੁੜਨਾ ਹੀ ਭੁੱਲ ਗਿਆ।
ਜਿਹੜਾ ਸੌਦਾ ਲੈਣ ਲਈ ਭੇਜਿਆ ਸੀ ਰਸ ਲੈਣ ਲਈ, ਉਹ ਰਸ ਛੱਡ ਕੇ ਹੋਰ ਰਸ ਵਿੱਚ ਮਗਨ ਹੋ ਗਿਆ। ਐਸਾ ਮਗਨ ਹੋ ਗਿਆ ਕਿ ਮੁੜ ਕੇ ਵਾਪਸ ਆਉਣਾ ਹੀ ਭੁੱਲ ਗਿਆ। ਹੁਣ ਉਹ ਮਨ ਤਾਂ ਡੋਲ ਹੀ ਰਿਹਾ ਹੈ, ਮਨ ਤੇ ਭਟਕ ਹੀ ਰਿਹਾ ਹੈ, ਪਰ ਉਹਦੇ ਨਾਲ ਨਾਲ ਜੀਵ ਆਤਮਾ ਦੇ ਵੀ ਅੰਦਰ ਬੇਚੈਨੀ ਵੱਧ ਰਹੀ ਹੈ ਕਿ ਉਧਰੋਂ ਸਮਾਂ ਘਟਦਾ ਜਾ ਰਿਹਾ ਜ਼ਿੰਦਗੀ ਦਾ, ਇੱਧਰ ਮਨ ਹਜੇ ਤੱਕ ਸਵੰਤੀ ਬੂੰਦ ਲੈ ਕੇ ਪਹੁੰਚਿਆ ਹੀ ਨਹੀਂ, ਹਜੇ ਨਾਮ ਦਾ ਰਸ ਲੈ ਕੇ ਪਹੁੰਚਿਆ ਨਹੀਂ। ਅੰਦਰ ਫਿਰ ਆਤਮਿਕ ਅਡੋਲਤਾ ਨਹੀਂ ਬਣਦੀ। ਆਤਮਿਕ ਤਲ ਤੇ ਵੀ ਅਸੀਂ ਡੋਲਦੇ ਹਾਂ ਤੇ ਮਾਨਸਿਕ ਦਲ ਤੇ ਵੀ ਅਸੀਂ ਡੋਲਦੇ ਹਾਂ। ਇਸ ਲਈ ਮਨ ਨੂੰ ਫਿਰ ਪਕੜਿਆ ਵੀ ਮਨ, ਤੂੰ ਜਿਸ ਕਾਰਜ ਲਈ ਆਇਆ ਸੀ ਉਹ ਕਾਰਜ ਕਰ। ਜੀਵ ਆਤਮਾ ਨੇ, ਤੇਰੇ ਮਾਲਕ ਨੇ ਜੋ ਤੈਨੂੰ ਕੰਮ ਲਈ ਭੇਜਿਆ ਸੀ ਉਹ ਕੰਮ ਚੇਤੇ ਕਰ। ਤੂੰ ਹੋਰ ਕੰਮਾਂ ਵਿੱਚ ਪੈ ਗਿਆ, ਇਹ ਤੇਰੇ ਕੰਮ ਨਹੀਂ ਆਉਣੇ। ਜਿਸ ਲਈ ਤੂੰ ਆਇਆ ਉਹ ਕੰਮ ਕਰਕੇ ਤੇ ਜਾ ਮਾਲਕ ਦੇ ਕੋਲ, ਜਿਹੜਾ ਰਸ ਦੇਣਾ ਉਹਨੂੰ ਜਾ ਕੇ ਰਸ ਦੇ। ਇਸ ਲਈ ਕਹਿ ਰਹੇ ਨੇ, ਜੇ ਆਤਮਿਕ ਅਡੋਲਤਾ ਬਬੀਹਾ, ਇਹ ਮਨ ਰੂਪੀ ਬਬੀਹਾ, ਜੇ ਤੂੰ ਆਤਮਿਕ ਅਡੋਲਤਾ ਬਣਾਉਣਾ ਚਾਹੁੰਦਾ ਹੈ, ਹੁਣ ਆਵਾਜ਼ ਮਨ ਨੂੰ ਦਿੱਤੀ ਹੈ, ਅਡੋਲਤਾ ਆਤਮਿਕ ਤਲ ਤੇ ਚਾਹੀਦੀ ਹੈ। ਇਸ ਲਈ ਆਤਮਿਕ ਅਡੋਲਤਾ ਨੂੰ ਜੇ ਤੂੰ ਬਣਾਉਣਾ ਚਾਹੁੰਦਾ ਹੈ ਤਾਂ ਫਿਰ ਪ੍ਰੇਮ ਵਿੱਚ ਆ, ਪਿਆਰ ਵਿੱਚ ਆ, ਭਾਵਨਾ ਦੇ ਵਿੱਚ ਆ ਕੇ ਸੱਚੇ ਦੇ ਨਾਮ ਦਾ ਉਚਾਰਨ ਕਰ। ਸੱਚੇ ਦੇ ਨਾਮ ਦੇ ਬੋਲ ਜਿਹੜੇ ਨੇ ਉਹ ਬੋਲਣਾ ਕਰ, ਭਾਵ ਸੱਚੇ ਦੇ ਨਾਮ ਨੂੰ ਤੂੰ ਸਿਮਰਨਾ ਕਰ। ਸਭ ਕਿਛ ਤੇਰੇ ਨਾਲ ਹੈ, ਸਤਿਗੁਰ ਦੀਆ ਦਿਖਾਏ। ਕਹਿੰਦੇ ਮਨ ਤੂੰ ਭਟਕਦਾ ਕਿਉਂ ਹੈ? ਤੂੰ ਸਤਿਗੁਰ ਸੱਚੇ ਗੁਰੂ ਕੋਲ ਆ, ਸਤਿਗੁਰੂ ਨੇ ਤੈਨੂੰ ਸਭ ਕੁਝ ਦਿਖਾ ਦੇਣਾ ਹੈ। ਹੁਣ ਮਨ ਜਦੋਂ ਮਾਇਆ ਦੇ ਮੋਹ ਵਿੱਚ ਪੈ ਕੇ ਭਟਕ ਗਿਆ, ਹੋਰ ਰਸ ਲੈਣ ਲੱਗ ਪਿਆ, ਕਿਤੇ ਜਾ ਕੇ ਇਹਦੀ ਹਾਲਤ ਇਹ ਹੋ ਗਈ ਵੀ ਇਹ ਘਾਬਰ ਜਾਂਦਾ ਹੈ ਵੀ ਮੇਰੇ ਨਾਲ ਤੇ ਕੋਈ ਵੀ ਨਹੀਂ, ਹੁਣ ਮੈਨੂੰ ਕੋਈ ਆਸ-ਪਾਸ ਦਿਖਾਈ ਵੀ ਨਹੀਂ ਦਿੰਦਾ, ਮੈਂ ਕਿੱਥੇ ਜਾਵਾਂ, ਮੈਂ ਕਿਵੇਂ ਹੁਣ ਨਾਮ ਦਾ ਰਸ ਜਿਹੜਾ ਉਹ ਪ੍ਰਾਪਤ ਕਰਾਂਗਾ, ਕਿਵੇਂ ਆਪਣੀ ਮੰਜ਼ਿਲ ਤੇ ਪਹੁੰਚਾਂਗਾ, ਕਿਉਂਕਿ ਅੱਗੇ ਜਿਹੜਾ ਰਾਹ ਚੌਰਾਹਾ ਆਇਆ ਸੀ ਉਹਨੇ ਗੁੰਮਰਾਹ ਕਰ ਦਿੱਤਾ। ਹੁਣ ਉਹ ਭਟਕ ਤਾਂ ਗਿਆ, ਬੜੀ ਦੂਰ ਲੰਘ ਗਿਆ, ਵਾਪਸ ਆਉਣ ਵਾਸਤੇ ਸਹਾਰਾ ਕੋਈ ਨਹੀਂ ਮਿਲਦਾ, ਵਾਪਸ ਆਉਣ ਵਾਸਤੇ ਕੋਈ ਵੀ ਕਹਿਣ ਲੱਗੇ ਭਰੋਸੇ ਯੋਗ ਆਸਰਾ ਮਿਲਦਾ ਨਹੀਂ। ਉੱਥੇ ਫਿਰ ਕਹਿੰਦਾ ਵੀ ਮੈਂ ਇਕੱਲਾ ਰਹਿ ਗਿਆ। ਆਮ ਤੌਰ ਤੇ ਕਈ ਵਾਰੀ ਬੰਦਾ ਕਹਿ ਦਿੰਦਾ ਮੁਸੀਬਤ ਵਿੱਚ ਪਿਆ ਕਿ ਮੈਂ ਤੇ ਇਕੱਲਾ ਹੀ ਰਹਿ ਗਿਆ, ਮੇਰਾ ਤੇ ਸਾਥ ਦੇਣ ਵਾਲਾ ਹੈ ਹੀ ਕੋਈ ਨਹੀਂ। ਪਰ ਕਹਿੰਦੇ ਨਹੀਂ, ਜੇ ਤੂੰ ਸਤਿਗੁਰੂ ਦਾ ਪੱਲਾ ਉੱਥੇ ਕਿਤੇ ਪਕੜ ਲਵੇਂ ਨਾ, ਭਟਕਦਾ ਮੰਨ ਲਓ ਵੀ ਅਸੀਂ ਰਸਤੇ ਵਿੱਚ ਭਟਕ ਰਹੇ ਹਾਂ ਤੇ ਭਟਕਦਿਆਂ ਰਾਹ ਵਿੱਚ ਗੁਰਦੁਆਰਾ ਤੇ ਆਏਗਾ ਹੀ ਨਾ, ਤੇ ਤੂੰ ਸਤਿਗੁਰੂ ਦੇ ਦੁਆਰੇ ਆ ਜਾਈਂ ਤੇ ਆ ਕੇ ਕਹੀਂ ਸਤਿਗੁਰੇ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸ਼ੋਭਾ, ਚਿੰਤਾ ਲਾਹੇ ਹਮਾਰੀ। ਮੇਰੀ ਚਿੰਤਾ ਲਾ ਦਿਓ, ਮੈਂ ਨਿਕਲਿਆ ਤੇ ਸੀ ਆਪਣੇ ਮਾਲਕ ਦਾ, ਆਪਣੇ ਪ੍ਰਭੂ ਦਾ ਹੁਕਮ ਮੰਨ ਕੇ, ਪਰ ਅੱਗੋਂ ਮਾਇਆ ਨੇ ਐਸਾ ਮੋਹ ਦਾ ਜਾਲ ਵਿਛਾਇਆ ਸੀ, ਉਹਦੇ ਵਿੱਚ ਫਸ ਗਿਆ, ਵਾਪਸ ਆਉਣ ਵਾਸਤੇ ਰਾਹ ਭੁੱਲ ਗਿਆ। ਹੁਣ ਵਾਪਸ ਆਉਣ ਵਾਸਤੇ ਮੇਰਾ ਕੋਈ ਸੰਗੀ ਸਾਥੀ ਮੈਨੂੰ ਦਿਸਦਾ ਨਹੀਂ ਪਿਆ, ਮੈਂ ਇਕੱਲਾ ਹਾਂ। ਤੇ ਸਤਿਗੁਰੂ ਕਹਿੰਦੇ ਇਕੱਲਾ ਕਿਉਂ ਹੈ? ਤੇਰੇ ਨਾਲ ਤੇ ਹਰ ਵੇਲੇ ਅੱਲਾ ਰਹਿੰਦਾ ਹੈ, ਰੱਬ ਤੇਰੇ ਨਾਲ ਹਰ ਵੇਲੇ ਰਹਿੰਦਾ ਹੈ। ਤੂੰ ਬਸ ਇੱਕ ਕੰਮ ਕਰ, ਤੂੰ ਉਸ ਪਰਮੇਸ਼ਵਰ ਦੇ ਨਾਮ ਨੂੰ ਸਿਮਰ। ਸਤਿਗੁਰੂ ਨੇ ਫਿਰ ਕੀ ਕੀਤਾ? ਅੰਦਰ ਹੀ ਜਿਹੜਾ ਸੀ ਉਹ ਹੁਣ ਦਿਖਾ, ਕਿਉਂਕਿ ਮਨ ਨੂੰ ਇਹ ਸੀ ਵੀ ਰੱਬ ਤੇ ਆਸਮਾਨ ਤੇ ਹੈ, ਮਨ ਨੂੰ ਤੇ ਇਹ ਭੁਲੇਖਾ ਪੈ ਗਿਆ ਨਾ ਵੀ ਰੱਬ ਤੇ ਜੰਗਲ ਵਿੱਚ ਬੈਠਾ ਹੈ, ਰੱਬ ਤੇ ਪਹਾੜ ਦੀ ਚੋਟੀ ਤੇ ਬੈਠਾ ਹੈ, ਮਨ ਨੂੰ ਤੇ ਇਹ ਭੁਲੇਖਾ ਪੈ ਗਿਆ। ਪਰ ਸਤਿਗੁਰੂ ਨੇ ਕੀ ਕੀਤਾ? ਅੰਦਰ ਹੀ ਦਿਖਾ ਦਿੱਤਾ, ਮਨ ਹਰ ਜੀ ਤੇਰੇ ਨਾਲ ਹੈ। ਕਹਿਣ ਲੱਗੇ ਮਨ ਤੂੰ ਕਿਉਂ ਐਵੇਂ ਅਡੋਲ ਹੁਣ ਡੋਲਦਾ ਕਿਉਂ ਹੈ, ਭਟਕਦਾ ਕਿਉਂ ਹੈ? ਤੂੰ ਅਡੋਲ ਹੋਣਾ ਨਾ, ਤੂੰ ਇਹ ਸੋਚਦਾ ਵੀ ਮੇਰਾ ਸਾਥ ਕੋਈ ਦੇਣ ਵਾਲਾ ਨਹੀਂ ਹੈ, ਮੈਂ ਕਿਹਦੇ ਆਸਰੇ ਚੱਲਾਂਗਾ, ਮੈਂ ਕਿਹਦੇ ਸਹਾਰੇ ਜਿਹੜਾ ਉਹ ਆਤਮਿਕ ਜੀਵ ਤੱਕ ਪਹੁੰਚਾਂਗਾ।
ਸਾਹਿਬ ਜੀ ਕਹਿੰਦੇ ਸਤਿਗੁਰੂ ਦੇ ਦੁਆਰੇ ਆ, ਤੇ ਸਤਿਗੁਰੂ ਜੀ ਨੇ ਤੈਨੂੰ ਫਿਰ ਸਮਝਾਉਣਾ ਹੈ ਕਿ ਮਨ ਹਰ ਜੀ ਤੇਰੇ ਨਾਲ ਹੈ। ਉਹ ਹਰੀ, ਉਹ ਪਰਮੇਸ਼ਵਰ ਜਿਹੜਾ ਉਹ ਸਦਾ ਤੇਰੇ ਨਾਲ ਹੈ। ਤੂੰ ਘਾਬਰ ਨਾ, ਚਿੰਤਾ ਨਾ ਕਰ, ਫਿਕਰ ਨਾ ਕਰ, ਬਸ ਇੱਕ ਕੰਮ ਕਰ, ਤੂੰ ਜਿਹੜਾ ਰਸ ਲੈਣ ਆਇਆ ਨਾ, ਉਹ ਬਬੀਹੇ ਦੀ ਤਰ੍ਹਾਂ ਤੂੰ ਅੰਦਰ ਪਿਆਸ ਉਹਦੇ ਨਾਮ ਦੀ ਬਣਾ ਕੇ ਤੇ ਤੂੰ ਪੁਕਾਰ ਕਰ। ਪੁਕਾਰ ਦਾ ਅਰਥ ਹੈ ਅਰਦਾਸ ਕਰ, ਤੂੰ ਬੇਨਤੀ ਕਰ, ਤੂੰ ਅਰਜ਼ੋਈ ਕਰ। ਜਦੋਂ ਤੂੰ ਬੇਨਤੀ ਅਰਜ਼ੋਈ ਕਰੇਗਾ, ਇੱਕ ਤੇ ਤੈਨੂੰ ਨਾਮ ਦਾ ਰਸ ਮਿਲੇਗਾ, ਤੇ ਦੂਜਾ ਤੈਨੂੰ ਮਹਿਸੂਸ ਹੋਏਗਾ ਕਿ ਉਹ ਅਕਾਲ ਪੁਰਖ ਪਰਮੇਸ਼ਵਰ ਹਰ ਵੇਲੇ ਮੇਰੇ ਨਾਲ ਹੈ। ਤੇ ਜਦੋਂ ਜਿਸ ਦਿਨ ਤੈਨੂੰ ਇਹ ਪਤਾ ਲੱਗ ਗਿਆ ਉਹ ਮੇਰੇ ਨਾਲ ਹੈ, ਤੇ ਫਿਰ ਤੂੰ ਕਦੇ ਵੀ ਘਾਬਰੇਂਗਾ ਨਹੀਂ, ਕਦੇ ਚਿੰਤਾ ਨਹੀਂ ਕਰੇਗਾ। ਜਿੰਨੀ ਮਰਜ਼ੀ ਕੋਈ ਵੱਡੀ ਮੁਸੀਬਤ ਆ ਜਾਏ, ਜਿੰਨੇ ਮਰਜ਼ੀ ਦੁੱਖ ਆ ਜਾਣ, ਦੁੱਖਾਂ ਦੀਆਂ ਹਨੇਰੀਆਂ ਵੀ ਝੂਲਣ ਲੱਗ ਜਾਣ, ਪਰ ਤੂੰ ਬੇਫਿਕਰਾ ਹੋਇਆ ਇੱਕ ਗੱਲ ਕਹੇਗਾ ਕਿ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਉਂ ਮੋਹ ਛੰਦਾ। ਜੇ ਵਾਹਿਗੁਰੂ ਤੁਸੀਂ ਮੇਰੇ ਨਾਲ ਹੋ ਤੇ ਫਿਰ ਮੈਨੂੰ ਕਾਹਦੀ ਪਰਵਾਹ ਹੈ, ਮੈਨੂੰ ਕਾਹਦੀ ਚਿੰਤਾ, ਕੋਈ ਫਿਕਰ ਨਹੀਂ। ਮੈਂ ਆਪਣਾ ਕੰਮ ਸਹੀ ਢੰਗ ਨਾਲ ਕਰਕੇ ਆਪਣੀ ਮੰਜ਼ਿਲ, ਆਪਣੇ ਮੁਕਾਮ ਤੇ ਪਹੁੰਚ ਜਾਣਾ। ਪਰ ਉਹਦੇ ਲਈ ਗੁਰੂ ਸਾਹਿਬ ਮਨ ਨੂੰ ਜਗਿਆਸੂ ਬਣਾ ਰਹੇ ਨੇ। ਅਸੀਂ ਤਨ ਕਰਕੇ ਆਏ ਜ਼ਰੂਰ ਹਾਂ, ਪਰ ਗੁਰੂ ਸਾਹਿਬ ਨਾਲ ਮੇਲ ਸਾਡਾ ਮਨ ਕਰਕੇ ਹੋਣਾ ਹੈ। ਗੁਰਬਾਣੀ ਨਾਲ ਤਾਲਮੇਲ ਸਾਡਾ ਮਨ ਦੇ ਤਲ ਤੇ ਹੋਣਾ ਹੈ, ਤਨ ਦੇ ਸਰੀਰ ਦੇ ਤਲ ਤੇ ਨਹੀਂ। ਬੌਡੀ ਸਰੀਰ ਤਾਂ ਆ ਕੇ ਬੈਠ ਗਿਆ, ਅੱਗੋਂ ਜਿਹੜੀ ਗੱਲ ਬਣਨੀ ਆ ਉਹ ਬਣਨੀ ਆ ਮਨ ਦੇ ਤਲ ਉੱਤੇ। ਤੇ ਜੇ ਮਨ ਨਾ ਵਿੱਚ ਹੋਇਆ ਤੇ ਕੱਲੀ ਬੌਡੀ ਕੀ ਲੈ ਕੇ ਜਾਏਗੀ ਸਤਿਗੁਰੂ ਦੇ ਕੋਲੋਂ? ਕੱਲੀ ਬੌਡੀ ਨੇ, ਕੱਲੇ ਸਰੀਰ ਨੇ ਸਤਿਗੁਰੂ ਕੋਲੋਂ ਕੀ ਲੈ ਕੇ ਜਾਣਾ? ਲੈ ਕੇ ਜਾਣਾ ਤੇ ਮਨ ਨੇ ਸੀ। ਤੇ ਜਦੋਂ ਮਨ ਸਤਿਗੁਰੂ ਨੂੰ ਮਿਲਿਆ, ਸਤਿਗੁਰੂ ਜੀ ਨੇ ਉਹਦੇ ਅੰਦਰ ਜਗਿਆਸਾ ਪੈਦਾ ਕੀਤੀ, ਉਹਨੂੰ ਜਗਿਆਸੂ ਬਣਾ ਕੇ ਉਹਦੇ ਅੰਦਰ ਪਰਮੇਸ਼ਵਰ ਦੇ ਨਾਮ ਦੀ ਪਿਆਸ ਪੈਦਾ ਕੀਤੀ, ਤਾਂ ਕਿ ਉਹ ਪੁਕਾਰ ਕਰ ਸਕੇ, ਤਾਂ ਕਿ ਉਹ ਅਰਜ਼ੋਈ, ਉਹ ਬੇਨਤੀ ਕਰ ਸਕੇ ਮਾਲਕ ਅੱਗੇ, ਤੇ ਉਹਦੀ ਮਿਹਰ ਹੋਵੇ ਤੇ ਉਹ ਸਤਿਗੁਰੂ ਦੇ ਰਾਹੀਂ ਹੁਕਮ ਕਰਕੇ ਐਸੇ ਨਾਮ ਦੀ ਬਰਸਾਤ ਕਰ ਦੇਵੇ ਕਿ ਉਹ ਇੱਕ ਬੂੰਦ ਲਈ ਤਰਸਦਾ ਸੀ, ਉਹ ਨਾਮ ਦੀ ਬਰਸਾਤ ਵਿੱਚ ਪੂਰਾ ਭੇਜੀ ਜਾਏ। ਪਰ ਪਹਿਲਾਂ ਸਮਝਾਉਣਾ ਪੈਣਾ ਹੈ ਕਿ ਮਨ ਹਰ ਜੀ ਤੇਰੇ ਨਾਲ ਹੈ। ਪਹਿਲਾਂ ਇਹ ਮਨ ਨੂੰ ਸਮਝਾਉਣਾ ਪੈਣਾ ਹੈ। ਮਨ ਨੂੰ ਜਿਹੜਾ ਡਾਵਾਂ ਡੋਲ ਹੋਇਆ ਪਿਆ ਨਾ, ਜਿਹੜਾ ਭਟਕ ਰਿਹਾ ਹੈ, ਇਹ ਜਿਹੜਾ ਇਕੱਲਾ ਮਹਿਸੂਸ ਕਰਦਾ ਪਿਆ ਵੀ ਮੈਂ ਹੁਣ ਕੀ ਕਰਾਂ, ਕਿੱਦਾਂ ਕਰਾਂ, ਕੀ ਹੋਏਗਾ, ਕੀ ਬਣੇਗਾ, ਪਹਿਲੇ ਤੇ ਇਹਨੂੰ ਦਿਲਾਸਾ ਦੇਣਾ ਪੈਣਾ। ਇਹਨੂੰ ਹੌਸਲਾ ਜਿਹੜਾ, ਇਹਨੂੰ ਹੌਸਲਾ ਦੇ ਕੇ, ਦਿਲਾਸਾ ਦੇ ਕੇ ਇਹਨੂੰ ਸਮਝਾਉਣਾ ਪਏਗਾ। ਫਿਰ ਜਦੋਂ ਇਹ ਸਤਿਗੁਰੂ ਦੀ ਗੱਲ ਨੂੰ ਮੰਨ ਲਏਗਾ ਤੇ ਫਿਰ ਅੱਗੇ ਗੁਰੂ ਅਮਰਦਾਸ ਪਾਤਸ਼ਾਹ ਜੀ ਸਮਝਾਉਂਦੇ ਨੇ, ਕਹਿੰਦੇ ਸਭ ਕੁਛ ਤੇਰੇ ਨਾਲ ਹੈ, ਸਭ ਕੁਝ ਤੇਰੇ ਨਾਲ ਹੈ, ਸਭ ਕੁਝ। ਸਤਿਗੁਰ ਦੀਆ ਦਿਖਾਏ, ਸਤਿਗੁਰ ਨੇ ਸਾਰਾ ਕੁਝ ਜਿਹੜਾ ਸੀ ਬਖਸ਼ਿਸ਼ ਦੇ ਕੇ ਦਿਖਾ ਦਿੱਤਾ, ਨਾਮ ਦੀ ਬਖਸ਼ਿਸ਼ ਦੇ ਕੇ ਦਿਖਾਇਆ। ਤੇ ਜਦੋਂ ਦਿਖਾਇਆ, ਪਹਿਲਾਂ ਇਕੱਲਾ ਮਹਿਸੂਸ ਕਰਦਾ ਸੀ, ਹੁਣ ਜਦੋਂ ਗੁਰੂ ਸਾਹਿਬ ਨੇ ਬਖਸ਼ਿਸ਼ ਦੇ ਕੇ ਦਿਖਾ ਦਿੱਤਾ, ਹੁਣ ਜੈ ਜੈ ਪੇਖੋ ਤੈ ਹਜੂਰ ਦੂਰ ਕਤਹੁ ਨਾ ਜਾਈ। ਪਹਿਲਾਂ ਕਹਿੰਦੇ ਸੀ ਇੱਧਰ ਨੂੰ ਮੂੰਹ ਕਰਕੇ, ਚੜ੍ਹਦੇ ਵਾਲੇ ਪਾਸੇ ਨੂੰ ਮੂੰਹ ਕਰਕੇ ਪੁਕਾਰ ਕਰ। ਕੋਈ ਕਹਿੰਦਾ ਸੀ ਕਿ ਤੂੰ ਲਹਿੰਦੇ ਵਾਲੇ ਪਾਸੇ ਨੂੰ ਮੂੰਹ ਕਰਕੇ ਪੁਕਾਰ ਕਰ। ਕੋਈ ਕਹਿੰਦਾ ਸੀ ਫਲਾਣੇ ਵਾਲੇ ਪਾਸੇ ਨੂੰ ਮੂੰਹ ਕਰ, ਕੋਈ ਕਹਿੰਦਾ ਫਲਾਣੇ ਪਾਸੇ ਮੂੰਹ ਕਰ। ਅਸੀਂ ਇਹਨਾਂ ਚੱਕਰਾਂ ਚੋਂ ਨਿਕਲ ਹੀ ਨਹੀਂ ਪਾ ਰਹੇ। ਬੱਚੇ ਦਾ ਜਨਮ ਹੋਇਆ, ਸਾਨੂੰ ਐਸੇ ਭਰਮ ਵਿੱਚ ਪਾ ਕੇ ਉਲਝਾਇਆ ਪਿਆ। ਅਸੀਂ ਕਹਿੰਦੇ ਵੀ ਬੱਚੇ ਦਾ ਮੂੰਹ ਇੱਧਰ ਕਰੋ, ਇੱਧਰ ਰੱਖੋ, ਤੇ ਜਿੱਦਣ ਸਾਡੇ ਵਿੱਚੋਂ ਆਖਰੀ ਸਾਹ ਨਿਕਲ ਜਾਂਦਾ ਨਾ, ਉਸ ਦਿਨ ਡੈੱਡ ਬੋਡੀ ਨੂੰ ਵੀ ਅਸੀਂ ਘੁਮਾਉਂਦੇ ਰਹਿੰਦੇ ਹਾਂ ਵੀ ਪੈਰ ਇੱਧਰ ਰੱਖਣੇ ਚਾਹੀਦੇ ਨੇ ਤੇ ਸਿਰ ਇੱਧਰ ਰੱਖਣਾ ਚਾਹੀਦਾ। ਸਿਰ ਨੂੰ ਇਸ ਪਾਸੇ ਵਾਲੇ ਕਰੋ ਤੇ ਪੈਰ ਇਸ ਵਾਲੇ ਪਾਸੇ ਕਰੋ। ਉਹ ਤੇ ਹੁਣ ਡੈੱਡ ਹੋ ਚੁੱਕਾ ਹੈ, ਇਕੱਲਾ ਡੈੱਡ ਬੋਡੀ ਹੈ, ਤੇ ਡੈੱਡ ਬੋਡੀ ਨੂੰ ਜਿੱਧਰ ਮਰਜ਼ੀ ਕਰ ਲਓ, ਕਿਉਂਕਿ ਉਹਦੀ ਜ਼ਿੰਦਗੀ ਦੀ ਕਹਾਣੀ ਤੇ ਮੁੱਕ ਗਈ। ਹੁਣ ਜਦੋਂ ਸਤਿਗੁਰੂ ਕੋਲ ਆਓਗੇ ਤੇ ਸਤਿਗੁਰੂ ਨੇ ਇਹ ਨਹੀਂ ਕਹਿਣਾ ਵੀ ਤੂੰ ਪੂਰਬ ਵੱਲ ਨੂੰ ਮੂੰਹ ਕਰ, ਤੂੰ ਇਕੱਲਾ ਪੱਛਮ ਵੱਲ ਨੂੰ ਹੀ ਮੂੰਹ ਕਰਨਾ ਹੈ, ਤੂੰ ਪੂਰਬ ਵੱਲ ਨੂੰ ਨਹੀਂ ਕਰਨਾ। ਨਹੀਂ, ਸਤਿਗੁਰੂ ਕਹਿੰਦੇ ਜਿੱਧਰ ਮਰਜ਼ੀ ਮੂੰਹ ਕਰ ਲੈ, ਜੈ ਜੈ ਪੇਖੋਂ ਤੈਂ ਹਜੂਰ।
ਜਦੋਂ ਸਤਿਗੁਰੂ ਜੀ ਮੱਕੇ ਮਦੀਨੇ ਜਾਂਦੇ ਨੇ ਤੇ ਉੱਥੇ ਜਾ ਕੇ ਇਹੀ ਸਮਝਾਉਂਦੇ ਨੇ ਵੀ ਅੱਲਾਹ ਸਿਰਫ ਇੱਕ ਥਾਂ ਤੇ ਨਹੀਂ ਵਸਦਾ, ਖੁਦਾ ਉਹ ਰੱਬ ਹਰ ਥਾਂ ਵਸਦਾ ਹੈ। ਜੇ ਨਹੀਂ ਯਕੀਨ ਤਾਂ ਪੈਰ ਪਕੜ ਕੇ ਤੂੰ ਜਿੱਧਰ ਨਹੀਂ ਰੱਬ, ਜਿੱਧਰ ਨਹੀਂ ਖੁਦਾ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤੂੰ ਉਸ ਪਾਸੇ ਮੇਰੇ ਪੈਰ ਕਰ ਦੇ। ਪਰ ਜਿੱਧਰ ਵੀ ਮੁੱਖ ਕਰਦਾ ਹੈ ਉਧਰ ਖੁਦਾ ਦਿਸਦਾ ਹੈ। ਬਸ ਇਹੀ ਤੇ ਸਤਿਗੁਰੂ ਨੇ ਸਾਡੇ ਮਨ ਵਿੱਚ ਜਿਗਿਆਸਾ ਪੈਦਾ ਕਰਕੇ ਇਹੀ ਤੇ ਦਿਖਾਉਣਾ ਹੈ। ਇਹ ਜਿਹੜਾ ਸਾਡੇ ਅੰਦਰ ਇਕੱਲਾਪਨ ਮਹਿਸੂਸ ਹੁੰਦਾ ਹੈ ਉਹਨੂੰ ਹੀ ਤੇ ਖਤਮ ਕਰਕੇ ਸਮਝਾਉਣਾ ਹੈ। ਜੈ ਜੈ ਪੇਖੋਂ ਤੈਂ ਹਜੂਰ ਦੂਰ ਕਤਹੁ, ਨਾ ਜਾਈ ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਹੁਣ ਸੰਬੋਧਨ ਮਨ ਨੂੰ ਕੀਤਾ ਤੇ ਬਬੀਹਾ ਵੀ ਮਨ ਨੂੰ ਕਿਹਾ ਜਾ ਰਿਹਾ ਹੈ। ਪਿਆਸ ਵੀ ਮਨ ਵਿੱਚ ਲੱਗਣੀ ਹੈ ਤੇ ਰਸ ਵੀ ਮਨ ਨੇ ਲੈਣਾ ਹੈ। ਇਸ ਲਈ ਸਤਿਗੁਰ ਦੀਆਂ ਦਿਖਾਏ, ਸਤਿਗੁਰੂ ਜੀ ਕੋਲ ਜਦੋਂ ਅਸੀਂ ਆ ਕੇ ਪੁਕਾਰ ਕੀਤੀ ਵੀ ਮੈਂ ਇਕੱਲਾ ਹਾਂ, ਭਟਕ ਰਿਹਾ ਹਾਂ, ਤੁਹਾਡੀ ਸ਼ਰਨ ਵਿੱਚ ਆਇਆ ਹਾਂ, ਮੇਰੇ ਤੇ ਕਿਰਪਾ ਕਰ ਦਿਓ, ਮੈਨੂੰ ਵਾਪਸ ਜਾਣ ਦਾ ਰਸਤਾ ਨਹੀਂ ਦਿਸਦਾ। ਜਿਸ ਜੀਵ ਆਤਮਾ ਨੇ ਮੈਨੂੰ ਭੇਜਿਆ ਸੀ ਮੈਂ ਉਹਦੇ ਨਾਲੋਂ ਆਪਣਾ ਕਨੈਕਸ਼ਨ ਤੋੜ ਬੈਠਾ, ਮੈਨੂੰ ਵਾਪਸ ਜਾਣ ਵਾਸਤੇ ਰਸਤਾ ਦਿਖਾਈ ਕੋਈ ਨਹੀਂ ਦੇ ਰਿਹਾ। ਅੱਜ ਵੀ ਵਿਦੇਸ਼ਾਂ ਦੇ ਵਿੱਚ ਨਾ ਸਾਡੇ ਨੌਜਵਾਨ ਜਿਹੜੇ ਨੇ ਬਹੁਤ ਐਸੇ ਨੇ ਜਿਹੜੇ ਤਾਹਾਂ ਮਾਰ-ਮਾਰ ਕੇ ਰੋਂਦੇ ਨੇ, ਤਾਹਾਂ ਮਾਰ-ਮਾਰ ਕੇ ਰੋਂਦੇ, ਪੁਕਾਰਾਂ ਕਰਦੇ ਨੇ, ਆਪਣੇ ਦੇਸ਼ ਵੱਲ ਨੂੰ ਮੁੱਖ ਕਰਕੇ ਰੋਂਦੇ ਨੇ ਕਿ ਸਾਨੂੰ ਕੋਈ ਇੱਥੋਂ ਕੱਢ ਕੇ ਆਪਣੇ ਦੇਸ਼ ਤੱਕ ਪਹੁੰਚਾ ਦੇਵੇ। ਅਸੀਂ ਉਹਨਾਂ ਦੇ ਹੱਥੀਂ ਚੜ੍ਹ ਗਏ ਜਿਨ੍ਹਾਂ ਨੇ ਸਾਨੂੰ ਗੁੰਮਰਾਹ ਕਰਕੇ ਇੱਥੇ ਲਿਆ ਕੇ ਐਸਾ ਕੈਦਖਾਨੇ ਵਿੱਚ ਪਾ ਦਿੱਤਾ, ਇੱਥੇ ਦੁੱਖ ਰੋਣ ਤੋਂ ਸਿਵਾ ਸਾਡੇ ਪੱਲੇ ਹੈ ਹੀ ਕੋਈ ਨਹੀਂ। ਬੜੀ ਮਾੜੀ ਹਾਲਤ ਹੈ ਵਿਦੇਸ਼ਾਂ ਵਿੱਚ ਸਾਡੇ ਉਹਨਾਂ ਨੌਜਵਾਨਾਂ ਦੀ ਜਿਨ੍ਹਾਂ ਨੂੰ ਉੱਥੇ ਸਾਂਭਣ ਵਾਲਾ ਕੋਈ ਨਹੀਂ। ਪਰ ਜਿਨ੍ਹਾਂ ਦੇ ਹੱਥੀਂ ਚੜ੍ਹ ਗਏ ਸੀ ਉਹਨਾਂ ਨੇ ਗੁੰਮਰਾਹ ਕਰਕੇ ਐਸਾ ਉਹਨਾਂ ਨੂੰ ਭੇਜਣਾ ਕਿਤੇ ਸੀ, ਭੇਜ ਕਿਤੇ ਦਿੱਤਾ। ਹੁਣ ਉਹ ਵਿਚਾਰੇ ਦਲਿਦਰੀ ਦੀ ਅਵਸਥਾ ਦੇ ਵਿੱਚ ਪਏ ਰੋਂਦੇ ਕੁਰਲਾਉਂਦੇ ਨੇ, ਉਹਨਾਂ ਨੂੰ ਰਾਹ ਕੋਈ ਨਹੀਂ। ਇਸੇ ਤਰ੍ਹਾਂ ਸਾਡੇ ਮਨ ਦੀ ਹਾਲਤ ਹੈ। ਮਨ ਆਪਣੇ ਆਤਮਿਕ ਜੀਵ ਦਾ ਜਿਹੜਾ ਸੀ ਉਹ ਪੱਲਾ ਛੁਡਾ ਕੇ ਮਾਇਆ ਦੇ ਮੋਹ ਦੇ ਵਿੱਚ ਐਸਾ ਪੈ ਗਿਆ ਕਿ ਇੱਥੇ ਗੁੰਮਰਾਹ ਹੋ ਗਿਆ। ਹੁਣ ਇੱਥੇ ਕੀ ਮਿਲਿਆ? ਇੱਥੇ ਦੁੱਖ ਮਿਲਿਆ, ਚਿੰਤਾਵਾਂ ਮਿਲੀਆਂ, ਪਰੇਸ਼ਾਨੀਆਂ ਮਿਲੀਆਂ, ਪੱਲੇ ਰੋਗ ਪੈ ਗਿਆ, ਕਈ ਪ੍ਰਕਾਰ ਦੇ ਰੋਗ ਪੱਲੇ ਪੈ ਗਏ। ਹੁਣ ਰੋਣ ਤੋਂ ਸਿਵਾ ਕੁਛ ਨਹੀਂ ਸੀ। ਪੁਕਾਰ ਕੀਤੀ ਵੀ ਕੋਈ ਹੈ ਮੇਰੀ ਬਾਹ ਪਕੜ ਲਏ, ਕੋਈ ਹੈ ਜਿਹੜਾ ਮੈਨੂੰ ਸਹਾਰਾ ਆਸਰਾ ਦੇ ਦੇ। ਤੇ ਆਵਾਜ਼ ਆਈ, ਹਾਂ ਸਤਿਗੁਰੂ ਹੈ। ਜਦੋਂ ਕਸ਼ਮੀਰੀ ਪੰਡਤ ਚੱਲੇ ਸੀ ਨਾ, ਉਹ ਵੀ ਪੁਕਾਰ ਲੈ ਕੇ ਚੱਲੇ ਸੀ ਤੇ ਥਾਂ ਥਾਂ ਜਾਂਦੇ ਜਾਂਦੇ ਹਰ ਇੱਕ ਨੂੰ ਕਹਿੰਦੇ ਸੀ ਸਾਡੀ ਬਾਹ ਪਕੜੋਗੇ, ਸਾਡਾ ਸਹਾਰਾ ਬਣੋਗੇ। ਤੇ ਸਾਰੇ ਕਹਿੰਦੇ ਸੀ ਨਹੀਂ, ਅਸੀਂ ਤੁਹਾਡਾ ਸਹਾਰਾ ਨਹੀਂ ਬਣ ਸਕਦੇ, ਅਸੀਂ ਤੁਹਾਡੀ ਪੁਕਾਰ ਨਹੀਂ ਸੁਣ ਸਕਦੇ। ਚਲਦੇ ਚਲਦੇ ਆਏ ਤੇ ਪੁੱਛਿਆ ਵੀ ਕੋਈ ਹੈ ਐਸਾ ਜਿਹੜਾ ਸਾਡੀ ਪੁਕਾਰ ਸੁਣ ਸਕੇ, ਸਾਡੀ ਬਾਹ ਪਕੜ ਸਕੇ? ਕਹਿੰਦੇ ਹਾਂ, ਇੱਕ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ, ਉਹ ਤੁਹਾਡੀ ਪੁਕਾਰ ਵੀ ਸੁਣਨਗੇ ਤੇ ਤੁਹਾਡੀ ਬਾਹ ਵੀ ਪਕੜਨਗੇ। ਤੇ ਪਕੜੀ ਗੁਰੂ ਸਾਹਿਬ ਨੇ ਬਾਹ, ਔਰ ਉਹਨਾਂ ਦੀ ਪੁਕਾਰ ਵੀ ਸੁਣੀ ਹੈ ਤੇ ਸਤਿਗੁਰੂ ਜੀ ਨੇ ਕਿਰਪਾ ਰਹਿਮਤ ਵੀ ਉਹਨਾਂ ਤੇ ਵਰਤਾਈ। ਬਸ ਇਸੇ ਤਰ੍ਹਾਂ ਅਸੀਂ ਵੀ ਮਨ ਕਰਕੇ ਅਸੀਂ ਵੀ ਆਈਏ, ਸਤਿਗੁਰੂ ਜੀ ਸਾਡੀ ਪੁਕਾਰ ਸੁਣ ਲਓ, ਸਤਿਗੁਰੂ ਜੀ ਸਾਡਾ ਆਸਰਾ ਬਣ ਜਾਓ। ਮੈਂ ਜਿਹੜਾ ਰਸ ਲੈਣ ਆਇਆ ਸੀ ਉਹ ਰਸ ਛੱਡ ਕੇ ਹੋਰ ਹੋਰ ਰਸ ਵਿੱਚ ਪੈ ਗਿਆ। ਤੇ ਜਿਹੜੇ ਰਾਹ ਮੈਂ ਆਤਮਿਕ ਜੀਵ ਤੋਂ ਵਿਛੜ ਕੇ ਆਇਆ ਸੀ ਨਾਮ ਦੀ ਸਵੰਤੀ ਬੂੰਦ ਲੈਣ ਲਈ, ਉਹ ਰਾਹ ਮੈਨੂੰ ਨਜ਼ਰ ਕੋਈ ਨਹੀਂ ਆਉਂਦਾ ਪਿਆ। ਮੈਂ ਪਿੱਛੇ ਮੁੜ ਕੇ ਵੇਖਦਾ, ਹਨੇਰਾ ਹੀ ਹਨੇਰਾ। ਮੇਰੇ ਅੰਦਰ ਕੀ ਹੈ? ਬਾਹਰ ਦਿਸੈ ਚਾਨਣਾ, ਦਿਲ ਅੰਧਿਆਰੀ ਰਾਤ। ਮੇਰੇ ਅੰਦਰ ਇੰਨਾ ਅੰਧਿਆਰੀ ਰਾਤ ਵਾਂਗੂ, ਮੱਸਿਆ ਦੀ ਰਾਤ ਵਾਂਗੂ ਅੰਦਰ ਹਨੇਰਾ ਬਣਿਆ। ਮੈਂ ਕੀ ਕਰਾਂ? ਕਿਵੇਂ ਆਪਣੇ ਘਰ ਤੱਕ ਪਹੁੰਚਾਂ? ਤੇ ਫਿਰ ਸਤਿਗੁਰੂ ਨੇ ਕੀ ਕੀਤਾ? ਸਤਿਗੁਰ ਦੀਆ ਦਿਖਾਏ। ਸਤਿਗੁਰੂ ਨੇ ਦਿਖਾਇਆ, ਕਹਿੰਦੇ ਵਾਪਸ ਜਾਣਾ ਚਾਹੁੰਦਾ ਹੈ? ਸਭ ਕੁਝ, ਪਹਿਲੀ ਗੱਲ ਤੇ ਸਭ ਕੁਝ ਤੇਰੇ ਨਾਲ ਹੈ, ਤੂੰ ਕਿਉਂ ਘਬਰਾਉਣਾ? ਦੁਕਾਲੰ ਬਰਨਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬਹਿਪੂਤੇ। ਤੇਰੇ ਨਾਲ ਹੈ ਉਹ, ਤੂੰ ਕਿਉਂ ਘਬਰਾਉਣਾ? ਤੂੰ ਫਿਰ ਸਤਿਗੁਰੂ ਦੇ ਰਾਹੀਂ
ਉਹ ਰਸਤਾ ਜਿਹੜਾ ਸੀ ਗਿਆਨ ਦੀ ਰੋਸ਼ਨੀ ਵਿੱਚ ਮਿਲਿਆ, ਤੇ ਸਤਿਗੁਰੂ ਰਾਹੀਂ ਹੀ ਉਸ ਮਾਲਕ ਦੀ ਕਿਰਪਾ ਨਾਲ ਇਹ ਫਿਰ ਮਨ ਆਪਣੇ ਆਤਮਿਕ ਜੀਵ ਤੱਕ ਜਾਂਦਾ ਹੈ। ਇਸ ਲਈ ਕਹਿ ਰਹੇ ਨੇ ਕਿ ਬਬੀਹਾ ਤੂੰ ਸੱਚੇ ਦੇ ਨਾਮ ਨਾਲ ਜੁੜ, ਪ੍ਰੇਮ ਵਿੱਚ ਆ ਕੇ, ਨਫ਼ਰਤ ਵਿੱਚ ਨਹੀਂ। ਇੱਕ ਗੱਲ ਧਿਆਨ 'ਚ ਰੱਖਿਓ, ਨਫ਼ਰਤ ਵਿੱਚ ਨਾਮ ਨਹੀਂ ਸਿਮਰਿਆ ਜਾਣਾ। ਹੰਕਾਰ ਦੇ ਵਿੱਚ ਨਾਮ ਦਾ ਰਸ ਨਹੀਂ ਅਸੀਂ ਲੈ ਸਕਦੇ। ਸਾਰੀ ਉਮਰ ਜੁੜੇ ਰਹੋ, ਪਰ ਹੰਕਾਰ ਵਿੱਚ ਆ ਕੇ ਨਾਮ ਦਾ ਰਸ ਨਹੀਂ ਮਿਲ ਸਕਦਾ। ਉਹਦੇ ਲਈ ਸੁਭਾਏ, ਉਹਦੇ ਲਈ ਭਾਵਨਾ ਚੰਗੀ ਰੱਖ ਕੇ ਪ੍ਰੇਮ ਵਿੱਚ, ਪਿਆਰ ਵਿੱਚ ਭਿੱਜ ਕੇ ਉਹਦੇ ਨਾਮ ਦਾ ਰਸ ਲੈਣਾ ਪੈਣਾ ਹੈ। ਇਸ ਲਈ ਸਤਿਗੁਰੂ ਜੀ ਨੇ ਦਿਖਾ ਦਿੱਤਾ, ਸਭ ਕਿਛ ਘਰ ਮੈਂ ਬਾਹਰ ਨਹੀਂ ਬਾਹਰ ਟੋਲੇ, ਸੋ ਭਰਮ ਭੁਲਾਈ ਬਾਹਰ ਨਹੀਂ ਟੋਲਣਾ। ਤੇਰੇ ਘਰ ਦੇ ਅੰਦਰ ਹੀ ਸਭ ਕੁਝ ਹੈ, ਤੂੰ ਬਾਹਰ ਨਾ ਭਟਕ, ਤੂੰ ਘਰ ਦੇ ਵਿੱਚ ਬੈਠ ਕੇ ਬਸ ਪੁਕਾਰ ਕਰ ਉਸ ਅਕਾਲ ਪੁਰਖ ਪਰਮੇਸ਼ਵਰ ਦੇ ਅੱਗੇ। ਇਸ ਲਈ ਸਭ ਕੁਝ ਤੇਰੇ ਨਾਲ ਹੈ। ਸਤਿਗੁਰੂ ਦੀਆਂ ਦਿਖਾਏ, ਸਤਿਗੁਰੂ ਨੇ ਗਿਆਨ ਦੀ ਰੋਸ਼ਨੀ ਵਿੱਚ ਇਹ ਗੱਲ ਸਮਝਾ ਵੀ ਦਿੱਤੀ ਔਰ ਦਿਖਾ ਵੀ ਦਿੱਤੀ ਹੈ। ਆਪ ਪਛਾਣ ਹੈ ਪ੍ਰੀਤਮ ਮਿਲੈ, ਮੁੱਠਾ ਸਹਿਬਰ ਲਾਏ। ਮਨ ਨੂੰ ਜਿਗਿਆਸੂ ਬਣਾਉਂਦਿਆਂ ਹੋਇਆਂ ਕਹਿ ਰਹੇ ਨੇ ਵੀ ਆਪ ਪਛਾਣੈ, ਤੂੰ ਆਪਣਾ ਆਪਾ ਪਛਾਣ। ਹੁਣ ਸਾਨੂੰ ਜੇ ਕੋਈ ਪੁੱਛੇ ਆਪਣਾ ਪਛਾਣ ਪੱਤਰ ਦਿਓ, ਤੇ ਸਾਨੂੰ ਤਾਂ ਪਛਾਣ ਹੈ ਵੀ ਆਹ ਮੇਰਾ ਨਾਮ ਹੈ, ਆਹ ਮੇਰੀ ਜਾਤ ਹੈ, ਆਹ ਮੇਰੀ ਗੋਤ ਹੈ, ਆਹ ਮੇਰਾ ਪਰਿਵਾਰ ਹੈ, ਇਸ ਨਗਰ ਮਹੱਲੇ ਵਿੱਚ ਮੈਂ ਰਹਿਣਾ, ਆਹ ਮੇਰੇ ਮੁਲਕ ਦਾ ਨਾਮ ਹੈ। ਅਸੀਂ ਸਾਰਾ ਆਪਣਾ ਬਾਇਓਡਾਟਾ ਦੇ ਦਿਆਂਗੇ, ਪਛਾਣ ਪੱਤਰ ਅਸੀਂ ਦੇ, ਪਰ ਇਹ ਸਾਡਾ ਪਛਾਣ ਪੱਤਰ ਨਹੀਂ ਹੈ। ਇਹ ਸੰਸਾਰ ਵਿੱਚੋਂ ਹੀ ਮਿਲਿਆ ਹੋਇਆ ਹੈ, ਤੇ ਸੰਸਾਰ ਵਿੱਚ ਹੀ ਇਹ ਖਤਮ ਹੋ ਜਾਣਾ ਹੈ। ਦੁਨੀਆ ਵਿੱਚੋਂ ਪਛਾਣ ਪੱਤਰ ਮਿਲਿਆ ਤੇ ਦੁਨੀਆ ਵਿੱਚ ਹੀ ਖਤਮ, ਕਿਉਂਕਿ ਜਦੋਂ ਸਰੀਰ ਹੀ ਖਤਮ, ਸਰੀਰ ਦਾ ਪਛਾਣ ਪੱਤਰ ਹੈ, ਤੇ ਜਦੋਂ ਸਰੀਰ ਹੀ ਖਤਮ ਹੋ ਗਿਆ ਤੇ ਪਛਾਣ ਪੱਤਰ ਕੀ ਕਰੇਗਾ। ਅਸਲ ਵਿੱਚ ਆਪਣਾ ਆਪਾ ਕੀ ਪਛਾਣਨਾ ਹੈ ਕਿ ਤੇਰਾ ਆਪਣਾ ਹੀ ਪਛਾਣ ਤੇਰੀ ਆਤਮਿਕ ਜੀਵ ਨਾਲ ਜੁੜੀ ਹੋਈ ਹੈ। ਮਨ ਤੂੰ ਜੋਤ ਸਰੂਪ ਹੈ, ਆਹ ਹੈ ਤੇਰਾ ਪਛਾਣ ਪੱਤਰ। ਤੂੰ ਆਪਣੇ ਉਸ ਰੱਬੀ ਜੋਤ ਨੂੰ ਪਛਾਣ। ਜਦੋਂ ਤੂੰ ਆਪਣਾ ਆਪਾ ਪਛਾਣ ਲਏਗਾ, ਫਿਰ ਜਾ ਕੇ ਤੈਨੂੰ ਉਸ ਪ੍ਰੀਤਮ ਦੀ ਪ੍ਰਾਪਤੀ ਹੋਣੀ ਹੈ। ਹੁਣ ਮਨ ਨੂੰ ਬਾਹਰ ਦਾ ਪਤਾ ਹੈ, ਪਰ ਮਨ ਨੂੰ ਆਪਣੇ ਆਪੇ ਦਾ ਨਹੀਂ ਪਤਾ ਕਿ ਮੈਂ ਕਿੱਥੋਂ ਆਇਆ, ਕੌਣ ਹਾਂ, ਕਿਵੇਂ ਆਇਆ, ਕੀ ਕਰਨ ਆਇਆ। ਸਤਿਗੁਰੂ ਜੀ ਨੇ ਦਿਖਾਇਆ, ਪਹਿਲਾਂ ਸਮਝਾਇਆ ਫਿਰ ਦਿਖਾਇਆ। ਕਹਿਣ ਲੱਗੇ ਵੀ ਇਸ ਰਾਹ ਤੂੰ ਸਿੱਧਾ ਤੁਰਿਆ ਚੱਲ, ਆਸੇ ਪਾਸੇ ਵੇਖਣ ਦੀ ਲੋੜ ਨਹੀਂ, ਤੈਨੂੰ ਤੇਰਾ ਪਿਆਰਾ ਪ੍ਰੀਤਮ ਮਿਲ ਜਾਏਗਾ। ਆਪ ਪਛਾਣੈ, ਜਦੋਂ ਤੂੰ ਆਪਣੇ ਆਪੇ ਨੂੰ ਪਛਾਣੇਗਾ, ਜਦੋਂ ਤੈਨੂੰ ਆਪਣੇ ਆਪੇ ਦੀ ਸੋਝੀ ਹੋਏਗੀ, ਪ੍ਰੀਤਮ ਮਿਲੈ, ਤੈਨੂੰ ਉਹ ਪਿਆਰਾ ਪ੍ਰਭੂ ਜਿਹੜਾ ਉਹ ਮਿਲੇਗਾ। ਬੂਠਾ ਛਹਿਬਰ ਲਾਏ, ਫਿਰ ਉਹ ਤੇਰੇ ਤੇ ਤੁਰੁੱਠ ਜਾਏਗਾ, ਤੇ ਜਦੋਂ ਉਹ ਤੇਰੇ ਤੇ ਤੁਰੁੱਠੇਗਾ ਤੇ ਉਹ ਆਪਣੇ ਨਾਮ ਦੀ ਛਹਿਬਰ ਜਿਹੜੀ ਆ ਉਹ ਤੇਰੇ ਉੱਤੇ ਲਾ ਦੇਗਾ। ਤੇਰੇ ਉੱਤੇ ਉਸ ਮਾਲਕ ਦੀ ਅਪਾਰ ਬਖਸ਼ਿਸ਼ ਜਿਹੜੀ ਆ ਉਹ ਹੋ ਜਾਏਗੀ। ਪਰ ਪਹਿਲਾਂ ਕੀ ਕਰਨਾ ਹੈ? ਆਪ ਪਛਾਣੈ, ਆਪਣਾ ਆਪ ਪਛਾਣ। ਸਭ ਤੋਂ ਵੱਡੀ ਗੱਲ ਪਹਿਲਾਂ ਆਪਣੇ ਅੰਦਰ ਨੂੰ ਪਛਾਣਨ ਦੀ ਲੋੜ ਹੈ, ਆਪਣੇ ਅੰਦਰ ਨੂੰ ਜਾਣਨ ਦੀ, ਸਮਝਣ ਦੀ ਲੋੜ ਹੈ, ਤੇ ਉਹ ਗੁਰਬਾਣੀ ਤੋਂ ਬਿਨਾਂ ਇਹ ਗੱਲ ਨਹੀਂ ਬਣਨੀ। ਬਾਬਾ ਫਰੀਦ ਸਾਹਿਬ ਜੀ ਨੇ ਵੀ ਇਹੀ ਕਿਹਾ ਸੀ, ਕਹਿਣ ਲੱਗੇ ਤੂੰ ਆਪਣਾ ਆਪਾ ਸਵਾਰ, ਤੈਨੂੰ ਆਪਣਾ ਅੰਦਰ ਸਵਾਰਨਾ ਪੈਣਾ। ਬਾਹਰੋਂ ਤਾਂ ਤੇ ਬਹੁਤ ਕੁਝ ਸਵਾਰ ਲਿਆ, ਤੇ ਹਰ ਦਿਨ ਤੂੰ ਸਵਾਰ ਹੀ ਰਿਹਾ। ਦਿਨ ਰਾਤ ਸਾਡੇ ਅੰਦਰ ਪਲੈਨਿੰਗ ਹੁੰਦੀ ਰਹਿੰਦੀ ਹੈ ਵੀ ਮੈਂ ਬਾਹਰੋਂ ਆਪਣੇ ਆਪ ਨੂੰ ਕਿਵੇਂ ਸਵਾਰਨਾ ਹੈ, ਕਿਵੇਂ ਆਪਣੇ ਆਪ ਨੂੰ ਸੁੰਦਰ ਬਣਾਉਣਾ, ਕਿਵੇਂ ਸੁੰਦਰ ਬਸਤਰ ਪਾਉਣੇ, ਕਿਵੇਂ ਆਪਣੇ ਘਰ ਨੂੰ ਸੁੰਦਰ ਬਣਾਉਣਾ, ਥਾਂ ਨੂੰ ਸੁੰਦਰ ਬਣਾਉਣਾ। ਬਾਹਰੋਂ ਤਾਂ ਜਿਹੜੀ ਹੈ ਸੁੰਦਰਤਾ ਦੀ ਪਲੈਨਿੰਗ ਹਰ ਵੇਲੇ ਦਿਮਾਗ ਵਿੱਚ ਚੱਲਦੀ ਰਹਿੰਦੀ ਹੈ, ਪਰ ਕਹਿੰਦੇ ਕਦੇ ਅੰਦਰ ਨੂੰ ਵੀ ਸਵਾਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਆਪਣੇ ਅੰਦਰ ਨੂੰ ਕਿਵੇਂ ਸਵਾਰਨਾ ਹੈ। ਜਿਸ ਦਿਨ ਅਸੀਂ ਆਪਣੇ ਅੰਦਰ ਨੂੰ ਸਵਾਰ ਲਾਂਗੇ ਨਾ, ਉਸ ਦਿਨ ਬਾਹਰ ਦਾ ਆਪੇ ਹੀ ਸਵਰ ਜਾਣਾ ਹੈ। ਪਰ ਜੇ ਅਸੀਂ ਅੰਦਰ ਨਾ ਸਵਾਰਿਆ, ਬਾਹਰ ਦਾ ਹੀ ਸਵਾਰ ਦਿੱਤਾ, ਫਿਰ ਗੱਲ ਨਹੀਂ ਬਣਨੀ। ਜਿਹਨੂੰ ਗੁਰੂ ਸਾਹਿਬ ਕਹਿੰਦੇ ਸੀ ਜੀਓ ਮੈਲੇ ਬਾਹਰੋਂ ਨਿਰਮਲ,
ਤੂੰ ਅੰਦਰੋਂ ਮੈਲਾ ਰਹਿ ਜਾਏਗਾ, ਬਾਹਰੋਂ ਨਿਰਮਲ ਹੋ ਜਾਏਗਾ। ਬਾਹਰ ਦੀ ਜਿਹੜੀ ਪਵਿੱਤਰਤਾ ਹੈ ਉਹ ਤੇਰੇ ਕੰਮ ਨਹੀਂ ਆਉਣੀ, ਕਿਉਂਕਿ ਅੰਦਰ ਤੇ ਮੈਲ ਭਰੀ ਪਈ ਹੈ, ਅੰਦਰ ਤੇ ਗੰਦਗੀ ਭਰੀ ਪਈ ਹੈ। ਆਪ ਸਵਾਰਹਿ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹਿ, ਤਾਂ ਸਭ ਜਗ ਤੇਰਾ ਹੋਏ। ਕਹਿਣ ਲੱਗੇ ਪਹਿਲਾਂ ਤੂੰ ਮੇਰਾ ਤੇ ਬਣ ਕੇ ਵੇਖ, ਫਿਰ ਸਾਰਾ ਜਗ ਤੇਰਾ ਆਪੇ ਹੀ ਹੋ ਜਾਏਗਾ। ਇਸ ਲਈ ਕਹਿ ਰਹੇ, ਕਹਿੰਦੇ ਪਹਿਲਾਂ ਆਪ ਆਪਣੇ ਆਪੇ ਨੂੰ ਪਛਾਣ, ਆਪਣੇ ਜੀਵਨ ਵਿੱਚ ਝਾਤੀ ਮਾਰ ਕੇ ਆਪਣੀ ਪਛਾਣ ਜਿਹੜੀ ਆ ਉਹ ਕਰ। ਜਦੋਂ ਤੈਨੂੰ ਆਪਣੇ ਮੂਲ ਦੀ ਪਛਾਣ ਹੋ ਜਾਏਗੀ, ਪ੍ਰੀਤਮ ਮਿਲੈ, ਪਿਆਰੇ ਪ੍ਰਭੂ ਦਾ ਮਿਲਾਪ, ਔਰ ਉਹ ਤਰੁੱਠ ਕੇ ਤੇਰੇ ਤੇ ਨਾਮ ਦੀ ਛੇਬਰ ਜਿਹੜੀ ਆ ਉਹ ਲਾ ਦੇਵੇਗਾ। ਚਿਮ ਚਿਮ ਅੰਮ੍ਰਿਤ ਵਰਸਦਾ, ਤਿਸਨਾ ਭੁਖ ਸਭ ਜਾਏ। ਕਹਿੰਦੇ ਜਦੋਂ ਉਹ ਆਪਣੀ ਛੇਬਰ, ਛੇਬਰ ਦਾ ਅਰਥ ਹੁੰਦਾ ਝੜੀ ਲੱਗ ਜਾਣੀ। ਜਦੋਂ ਝੜੀ ਲੱਗੇਗੀ ਨਾ, ਫਿਰ ਝੜੀ ਵੀ ਕਿੱਦਾਂ ਦੀ ਲੱਗੇਗੀ, ਇਹ ਨਹੀਂ ਵੀ ਇੱਕਦਮ ਬਹੁਤ ਤੇਜ਼ ਬਰਸਾਤ ਹੋਈ, ਬਹੁਤ ਤੇਜ਼ ਤੇਜ਼ ਮੀਂਹ ਪੈ ਗਿਆ, ਨਹੀਂ। ਕਈ ਵਾਰੀ ਬਹੁਤ ਤੇਜ਼ ਬਰਸਾਤ ਹੋਵੇ ਨਾ, ਮੀਂਹ ਪੈ ਜਾਏ, ਤੇ ਉਹ ਕਈ ਵਾਰੀ ਐਸਾ ਹੁੰਦਾ ਹੈ ਕਿ ਬਿਲਕੁਲ ਤਹਿਸ ਨਹਿਸ ਸਭ ਕੁਝ ਹੋ ਜਾਂਦਾ ਹੈ। ਕਈ ਵਾਰ ਜਿਹੜਾ ਬਹੁਤ ਮੀਂਹ ਤੇਜ਼ ਪੈ ਜਾਏ ਤੇ ਹੜ੍ਹ ਆ ਜਾਂਦੇ ਨੇ, ਤਬਾਹੀਆਂ ਹੋ ਜਾਂਦੀਆਂ ਨੇ। ਪਰ ਜਿੱਥੇ ਕਿਥੇ ਥੋੜੀ ਥੋੜੀ ਕਣੀ ਪੈਂਦੀ ਰਹੇ ਨਾ, ਝਿਮ ਝਿਮ ਭਾਵ ਮੱਠੀ ਮੱਠੀ ਜਿਹੜੀ ਆ ਬਰਸਾਤ ਹੋਵੇ, ਉਹਦਾ ਆਨੰਦ ਹੀ ਵੱਖਰਾ ਹੁੰਦਾ ਹੈ। ਝੜੀ ਲੱਗੀ ਹੋਵੇ ਤੇ ਮਿੱਠੀ ਮਿੱਠੀ ਕਣੀਆਂ ਪੈ ਰਹੀਆਂ ਹੋਣ, ਮੱਠੀ ਮੱਠੀ ਬਰਸਾਤ ਹੋ ਰਹੀ ਹੋਵੇ, ਉਹਦਾ ਆਨੰਦ ਹੀ ਵੱਖਰਾ ਹੈ। ਹੁਣ ਅਸੀਂ ਕੀ ਕਰਨਾ ਹੈ, ਉਹ ਝਿਮ ਝਿਮ ਅੰਮ੍ਰਿਤ ਵਰਸਦਾ। ਇੱਕ ਤੇ ਬਰਸਾਤ ਹੋਣੀ, ਬਾਹਰ ਦੇ ਪਪੀਹੇ ਵਾਸਤੇ ਬਰਸਾਤ ਆਸਮਾਨ ਤੋਂ ਬੱਦਲਾਂ ਵਿੱਚੋਂ ਹੋਣੀ ਹੈ, ਪਰ ਜਿਹੜੀ ਸਾਡੇ ਅੰਦਰ ਬਰਸਾਤ ਹੋਣੀ ਹੈ ਉਹ ਕਿੱਥੋਂ ਹੋਣੀ ਹੈ? ਕਹਿਣ ਲੱਗੇ ਉਹ ਅੰਮ੍ਰਿਤ ਨਾਮ ਦੇ ਰਸ ਵਿੱਚੋਂ ਹੋਣੀ ਹੈ। ਤੇ ਉਹ ਕਿੱਥੋਂ ਹੋਣੀ ਆ? ਆ ਦਿਮਾਗ ਜਿਹੜਾ ਨਾ ਸਾਡਾ ਦਿਮਾਗ, ਇਹ ਆਸਮਾਨ ਹੈ। ਇਹ ਆਸਮਾਨ ਦੇ ਉੱਤੇ ਉਸ ਮਾਲਕ ਦੀ ਕਿਰਪਾ ਹੋਏਗੀ, ਦਿਮਾਗ ਦੇ ਅੰਦਰੋਂ ਹੀ ਇਹ ਬਰਸਾਤ ਹੋਏਗੀ ਤੇ ਮਨ ਅੰਦਰ ਭਿੱਜ ਜਾਏਗਾ, ਇਹਦੀ ਪਿਆਸ ਬੁਝੇਗੀ। ਪਰ ਕਰਨਾ ਕੀ ਹੈ? ਜਿਵੇਂ ਬਾਹਰ ਦੇ ਬਬੀਹੇ ਨੇ ਕੀਤਾ, ਉਹਦੀ ਸੁਣੀ ਗਈ, ਤੇਰੀ ਵੀ ਸੁਣੀ ਜਾਏਗੀ। ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਤਾਂ ਦਰ ਸੁਣੀ ਪੁਕਾਰ। ਮੇਘੇ ਨੂੰ ਫਰਮਾਨ ਹੋਵਾ, ਵਰਸੋ ਕਿਰਪਾ ਧਾਰ। ਮੇਘਾ ਕੌਣ ਹੈ? ਗੁਰੂ ਸਾਹਿਬ, ਸਤਿਗੁਰੂ। ਬਰਸਾਤ ਕਿਹਨੇ ਕਰਨੀ ਹੈ? ਸਤਿਗੁਰੂ ਨੇ। ਪਰ ਹੁਕਮ ਕਿੱਥੋਂ ਹੋਣਾ ਹੈ? ਪਰਮੇਸ਼ਵਰ ਤੋਂ। ਕਹਿੰਦੇ ਮੇਘੇ ਨੂੰ ਫਰਮਾਨ ਹੋ ਗਿਆ ਵੀ ਆ ਜਿਹੜਾ ਰੋਜ਼ ਅੰਮ੍ਰਿਤ ਵੇਲੇ ਉੱਠਦਾ ਹੈ ਨਾ, ਰੋਜ਼ ਅੰਮ੍ਰਿਤ ਬਾਣੀ ਦਾ ਅਭਿਆਸ ਕਰਦਾ ਹੈ, ਰੋਜ਼ ਨਿਤਨੇਮ ਕਰਦਾ ਹੈ, ਜਿਹੜਾ ਰੋਜ਼ ਆ ਕੇ ਸਤਿਗੁਰੂ ਦੀ ਸੰਗਤ ਵਿੱਚ ਜੁੜਦਾ ਹੈ, ਇੱਕ ਦਿਨ ਫਿਰ ਫਰਮਾਨ ਹੋਇਆ ਵਰਸੋ ਕਿਰਪਾ ਧਾਰ। ਪਰ ਜਿਹੜਾ ਆਇਆ ਹੀ ਮਤਲਬ ਵਾਸਤੇ ਹੈ, ਨਾ ਕਦੇ ਅੰਮ੍ਰਿਤ ਵੇਲੇ ਜਾਗ ਆਈ, ਨਾ ਅੰਮ੍ਰਿਤ ਵੇਲੇ ਉੱਠਿਆ, ਤੇ ਨਾ ਹੀ ਅੰਮ੍ਰਿਤ ਬਾਣੀ ਨਾਲ ਜੁੜਿਆ, ਨਾ ਨਿਤਨੇਮ ਕੀਤਾ, ਬਸ ਆਇਆ ਆਪਣੇ ਮਤਲਬ ਵਾਸਤੇ, ਲੋੜ ਪੂਰੀ ਕਰਨ ਲਈ ਸਤਿਗੁਰੂ ਕੋਲ ਆਇਆ ਤੇ ਬਾਹਰ ਦੇ ਪਦਾਰਥਾਂ ਦੀ ਮੰਗ ਕਰਕੇ ਚਲਾ ਗਿਆ। ਤੇ ਉੱਥੇ ਕਦੀ ਹੋ ਸਕਦਾ ਹੈ ਮੇਘੇ ਨੂੰ ਫਰਮਾਨ ਹੋਵਾ ਵਰਸੋ ਕਿਰਪਾ ਧਾਰ? ਨਹੀਂ ਹੋ ਸਕਦਾ। ਠੀਕ ਹੈ, ਮੁਬਾਰਕ ਹੈ, ਉੱਥੇ ਮਾੜਾ ਨਹੀਂ ਕਿਹਾ ਜਾ ਰਿਹਾ ਵੀ ਚਲੋ ਪਦਾਰਥਾਂ ਦੀ ਖਾਤਰ ਆਏ ਤੇ ਆਣਾ ਗੁਰੂ ਸਾਹਿਬ ਦੇ ਦਰ ਤੇ, ਕਿਸੇ ਕਾਰਨ ਕਰਕੇ ਵੀ ਆਏ ਆ, ਪਰ ਚਲੋ ਆ ਤੇ ਗਏ ਆ ਨਾ। ਇੱਕ ਦਿਨ ਮਿਹਰ ਹੋਏਗੀ, ਮਨ ਨੂੰ ਅੰਦਰ ਜਾਗਰਤਾ ਆਏਗੀ, ਜਗਿਆਸੂ ਬਣੇਗਾ, ਇੱਕ ਦਿਨ ਆਪੇ ਹੀ ਮੰਗ ਅੰਦਰ ਸਾਹਮਣੇ ਰੱਖ ਲਏਗਾ। ਹਜੇ ਤਾਂ ਆਉਣਾ ਜਾਣਾ ਸਿਰਫ ਬਾਹਰੀ ਤਲ ਉੱਤੇ ਹੀ ਹੈ, ਪਰ ਜਿਸ ਦਿਨ ਆਉਂਦਿਆਂ 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 ਅੰਦਰ ਜਾਗ ਲੱਗ ਗਿਆ ਨਾ, ਫਿਰ ਇਹ ਬਾਹਰ ਦੇ ਪਦਾਰਥਾਂ ਦੀ ਮੰਗ ਨਹੀਂ ਕਰੇਗਾ। ਫਿਰ ਕਹੇਗਾ ਮੈਂ ਕਿਆ ਮੰਗੋ ਕਿਛ ਥਿਰ ਨ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਫਿਰ ਇਹਨੂੰ ਪਹਿਲਾਂ ਦਰਸ਼ਨ, ਸਤਿਗੁਰੂ ਦੇ ਦਰਸ਼ਨਾਂ ਦੀ ਪਿਆਸ ਪੈਦਾ ਹੋਏਗੀ ਵੀ ਸਤਿਗੁਰੂ ਜੀ ਅੱਗੇ ਮੈਂ ਆਉਂਦਾ ਸੀ ਆਪਣੇ ਮਤਲਬ ਲਈ, ਚਲੋ ਆ ਗਿਆ, ਨਾ ਆਇਆ ਤੇ ਨਾ ਸਹੀ। ਜਾਂ ਜਦੋਂ ਮੈਨੂੰ ਕੋਈ ਜ਼ਰੂਰਤ ਪਈ ਤੇ ਆ ਗਿਆ, ਆ ਕੇ ਬੇਨਤੀ ਕਰਕੇ ਚਲਾ ਗਿਆ, ਮੁੜ ਕੇ ਫਿਰ ਮਹੀਨਾ ਨਾ ਆਇਆ।
ਮੁੜ ਕੇ ਫਿਰ ਕਿਤੇ ਲੋੜ ਪਈ, ਫਿਰ ਕਿਤੇ ਦੁੱਖ ਦੀ ਹਵਾ ਚੱਲੀ, ਹਨੇਰੀ ਚੱਲੀ, ਕੋਈ ਮੁਸੀਬਤ ਆਈ, ਕੋਈ ਕੰਮ ਵਿਗੜ ਗਿਆ, ਬੰਦਾ ਕਹਿੰਦਾ ਚੱਲ ਗੁਰਦੁਆਰੇ ਚੱਲੀਏ। ਉਹ ਪਿਆਸ ਨਹੀਂ, ਜਿਹੜੀ ਸਤਿਗੁਰੂ ਨੂੰ ਮਿਲਣ ਦੀ ਪਿਆਸ ਸੀ ਨਾ, ਉਹ ਪਿਆਸ ਨਹੀਂ ਸੀ ਅੰਦਰ ਬਣੀ ਵੀ ਚਲੋ ਲੋੜ ਪਈ ਤੇ ਚਲੇ ਗਏ, ਮੁੜ ਕੇ ਭੁੱਲ ਹੀ ਗਏ ਫਿਰ। ਪਰ ਇੱਕ ਦਿਨ ਆਉਂਦਿਆਂ ਆਉਂਦਿਆਂ ਐਸੀ ਕਿਰਪਾ ਹੋ ਗਈ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੈ ਚਾਤਰਿਕ ਕੀਨ ਆਈ। ਹੁਣ ਗੁਰੂ ਸਾਹਿਬ ਨੂੰ ਮਿਲਣ ਦੀ ਅੰਦਰ ਤਾਂਘ ਪੈਦਾ ਹੋ ਗਈ। ਹੁਣ ਸਤਿਗੁਰੂ ਜੀ ਮੈਨੂੰ ਕੋਈ ਪਦਾਰਥਾਂ ਦੀ ਲੋੜ ਹੋਵੇ ਨਾ ਹੋਵੇ, ਕੰਮ ਵਿਗੜਿਆ ਹੋਵੇ ਨਾ ਵਿਗੜਿਆ ਹੋਵੇ, ਉਹਦੀ ਮੈਨੂੰ ਕੋਈ ਪਰਵਾਹ ਨਹੀਂ। ਹੁਣ ਖਿੱਚ ਪੈਂਦੀ ਹੈ ਵੀ ਗੁਰੂ ਦੁਆਰੇ ਜਾਵਾਂ, ਖਿੱਚ ਪੈਂਦੀ ਹੈ ਵੀ ਸਤਿਗੁਰੂ ਤੁਹਾਡਾ ਦਰਸ਼ਨ ਕਰਾਂ। ਅੰਦਰ ਤੜਪ ਪੈਦਾ ਹੁੰਦੀ ਹੈ ਵੀ ਮੈਂ ਵੀ ਅੰਮ੍ਰਿਤ ਵੇਲੇ ਉੱਠਾਂ, ਅੰਮ੍ਰਿਤ ਬਾਣੀ ਦਾ ਅਭਿਆਸ ਕਰਾਂ। ਇੱਕ ਦਿਨ ਇਹ ਕਿਰਪਾ ਹੋ ਗਈ, ਤੇ ਜਦੋਂ ਕਿਰਪਾ ਹੋਈ ਪਿਆਸ ਇੰਨੀ ਵੱਧ ਗਈ ਕਿ ਸਤਿਗੁਰੂ, ਇੱਕ ਟਾਈਮ ਐਸਾ ਸੀ ਕਿ ਇੱਕ ਦਿਨ ਆਉਂਦਾ ਸਾਂ ਤੇ ਮੁੜ ਕੇ ਫਿਰ ਕਈ ਮਹੀਨੇ ਲੰਘ ਜਾਂਦੇ ਸਨ, ਸਾਲਾਂ ਬੱਧੀ ਸਮਾਂ ਵੀ ਲੰਘ ਜਾਂਦਾ ਸੀ। ਪਰ ਹੁਣ ਨਹੀਂ, ਹੁਣ ਤੇ ਇਹ ਅਵਸਥਾ ਹੈ ਕਿ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਹੁਣ ਕਦ ਮਿਲੀਐ ਪ੍ਰਿਯ ਤੁਧ ਭਗਵੰਤਾ। ਕਹਿੰਦੇ ਸਤਿਗੁਰੂ ਜੀ ਕਹਿੰਦੇ ਇੰਨੀ ਪਿਆਸ ਤੇਰੇ ਅੰਦਰ ਮੈਨੂੰ ਮਿਲਣ ਦੀ ਲੱਗ ਗਈ, ਆ ਫਿਰ ਹੁਣ ਬੈਠ ਸੰਗਤ ਦੇ ਵਿੱਚ, ਸੰਗਤ ਵਿੱਚ ਬੈਠ ਕੇ ਉਹ ਵਾਹਿਗੁਰੂ ਨੂੰ ਪੁਕਾਰ, ਉਹਦੇ ਅੱਗੇ ਪੁਕਾਰ ਕਰ, ਉਸ ਪਰਮੇਸ਼ਵਰ ਅੱਗੇ। ਕਿਤੇ ਤੈਨੂੰ ਪ੍ਰਭੂ ਨੂੰ ਮਿਲਣ ਦੀ ਵੀ ਪਿਆਸ ਅੰਦਰ ਪੈਦਾ ਹੋ ਜਾਏ ਤੇ ਤੂੰ ਬੈਠ ਕੇ ਸੰਗਤ ਵਿੱਚ ਕਵੇਂ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵਿਚਾਈ। ਕਹਿੰਦੇ ਜਦੋਂ ਤੇਰੇ ਅੰਦਰ ਆਵਾਜ਼ ਆਏਗੀ ਨਾ, ਤੂੰ ਪੁਕਾਰ ਕਰੇਗਾ, ਅੰਮ੍ਰਿਤ ਵੇਲੇ ਨੂੰ ਸੰਭਾਲ ਕੇ ਅੰਮ੍ਰਿਤ ਬਾਣੀ ਦੇ ਰਾਹੀਂ ਤੂੰ ਪ੍ਰਭੂ ਨੂੰ ਮਿਲਣ ਵਾਸਤੇ, ਉਹਦੇ ਨਾਮ ਦੇ ਸਵੰਤੀ ਬੂੰਦ ਲੈਣ ਵਾਸਤੇ ਤੜਪੇਗਾ, ਤੇ ਸੱਚ ਜਾਣੀ ਇੱਕ ਦਿਨ ਮੇਘੈ ਨੂੰ ਫਰਮਾਨ ਹੋਵਾ, ਵਰਸੋ ਕਿਰਪਾ ਧਾਰ। ਫਿਰ ਉਹਦਾ ਫਰਮਾਨ ਹੋ ਜਾਏਗਾ ਜਾਰੀ ਕਿ ਜਿੰਨਾ ਇਹਦੇ ਤੇ ਵਰਸ ਸਕਦੇ ਹੋ ਬਰਸੋ, ਭਾਵ ਇੰਨਾ ਤ੍ਰਿਪਤ ਹੋ ਜਾਏ ਕਿ ਦੁਬਾਰਾ ਇਹਦੇ ਅੰਦਰ ਤ੍ਰਿਸ਼ਨਾ ਦੀ ਅਵਸਥਾ ਪੈਦਾ ਹੀ ਕੋਈ ਨਾ ਹੋਵੇ। ਇੰਨੀ ਅੰਦਰ ਮਨ ਵਿੱਚ ਸੰਤੁਸ਼ਟੀ ਆ ਜਾਏ, ਮਨ ਵਿੱਚ ਸਬਰ ਆ ਜਾਏ, ਮਨ ਵਿੱਚ ਸੰਤੋਖ ਦੀ ਅਵਸਥਾ ਬਣ ਜਾਏ ਕਿ ਦੁਬਾਰਾ ਇਹਨੂੰ ਮਾਇਆ ਦੇ ਮੋਹ ਵਿੱਚ ਪੈ ਕੇ ਭਟਕਣਾ ਹੀ ਨਾ ਪਵੇ। ਇੰਨੀ ਬਖਸ਼ਿਸ਼ ਇਹਦੀ ਝੋਲੀ ਵਿੱਚ ਭਰ ਦਿੱਤੀ ਜਾਏ। ਕਹਿੰਦੇ ਅੱਜ ਜਦੋਂ ਗੁਰੂ ਸਤਿਗੁਰੂ ਜੀ ਨੇ ਦਿਖਾਇਆ ਵੀ, ਸਮਝਾਇਆ ਵੀ, ਤੇ ਇੱਕ ਗੱਲ ਜਿਹੜੀ ਸੀ ਉਹ ਸਮਝਾਈ ਕਿ ਤੂੰ ਆਪਣਾ ਆਪਾ ਪਛਾਣ। ਪ੍ਰੀਤਮ ਨੂੰ ਮਿਲਣਾ ਚਾਹੁੰਦਾ ਹੈ, ਤੂੰ ਆਪਣੇ ਪਿਆਰੇ ਨੂੰ ਮਿਲਣਾ ਚਾਹੁੰਦਾ ਹੈ, ਤੇ ਫਿਰ ਕੀ ਕਰ, ਆਪਣਾ ਆਪਾ ਪਛਾਣ। ਜਦੋਂ ਪਛਾਣ ਲਏਗਾ ਫਿਰ ਸਵਾਰਨਾ ਆਪੇ ਹੀ ਹੋ ਜਾਏਗਾ। ਹੁਣ ਘਰ ਵਿੱਚ ਜੇ ਸਾਨੂੰ ਪਤਾ ਹੋਵੇ ਗੰਦਗੀ ਹੈ, ਪਤਾ ਹੋਵੇ, ਫਿਰ ਉਹ ਆਪਣੇ ਆਪ ਹੀ ਸਾਫ਼ ਸਫਾਈ ਹੋਏਗੀ। ਜੇ ਪਤਾ ਹੀ ਨਹੀਂ ਸੀ ਤੇ ਫਿਰ ਜਿੰਨਾ ਮਰਜ਼ੀ ਸਮਾਂ ਲੰਘ ਜਾਏ। ਕਈ ਵਾਰ ਕਿਸੇ ਨੁੱਕਰ ਤੇ ਕੋਨੇ ਤੇ ਕੋਈ ਗੰਦਗੀ ਪਈ ਰਹਿ ਜਾਂਦੀ ਹੈ, ਸਾਲ ਕਿੰਨੇ ਲੰਘ ਜਾਂਦੇ ਪਤਾ ਹੀ ਨਹੀਂ ਲੱਗਦਾ। ਜਦੋਂ ਕਿਸੇ ਦੀ ਨਜ਼ਰ ਪੈਂਦੀ ਹੈ, ਉਹਨੇ ਆਖਿਆ ਵੀ ਇੰਨਾ ਗੰਦਗੀ, ਇੰਨੇ ਜਾਲੇ ਇੱਥੇ ਲੱਗੇ ਪਏ ਨੇ, ਅਸੀਂ ਉਸੇ ਵੇਲੇ ਫਿਰ ਉਹਨੂੰ ਸਾਫ਼ ਕਰਾਂਗੇ। ਕਦੋਂ ਕਰਾਂਗੇ? ਜਦੋਂ ਪਤਾ ਲੱਗ ਗਿਆ। ਜਦੋਂ ਪਤਾ ਹੀ ਨਹੀਂ ਸੀ ਲੱਗਾ ਤੇ ਉਦੋਂ ਲੱਗੇ ਨੇ ਜਾਲੇ, ਲੱਗੇ ਰਹਿਣ। ਗੰਦਗੀ ਹੈ ਤੇ ਗੰਦਗੀ ਬਣੀ ਰਵੇ, ਪਰ ਜਦੋਂ ਪਤਾ ਲੱਗ ਗਿਆ ਉਸੇ ਵੇਲੇ ਫਿਰ ਉਹਨੂੰ ਸਫਾਈ ਕਰਨ ਵਾਸਤੇ ਮਨ ਜਿਹੜਾ ਸੀ ਅੰਦਰ ਤਿਆਰ ਹੋ ਗਿਆ। ਹੁਣ ਜਦੋਂ ਸਤਿਗੁਰੂ ਨੇ ਕੀ ਦਿਖਾਇਆ ਕਿ ਇੱਕ ਤਾਂ ਉਹ ਤੇਰੇ ਨਾਲ ਹੈ, ਦੂਜਾ ਤੇਰਾ ਆਪਣਾ ਅੰਦਰ ਭਾਂਡਾ ਕਿੰਨਾ ਮਲੀਨ ਹੋਇਆ ਪਿਆ, ਤੈਨੂੰ ਆਪਣੇ ਆਪੇ ਦੀ ਪਛਾਣ ਨਹੀਂ, ਤੂੰ ਦੂਜਿਆਂ ਦੀ ਪਛਾਣ ਕਰਦਾ ਪਿਆ। ਤੂੰ ਦੂਜਿਆਂ ਦੀ ਜਾਣਕਾਰੀ ਲੈ ਕੇ ਰੱਖ ਰਿਹਾ ਆਪਣੇ ਕੋਲ, ਦੂਜਿਆਂ ਦਾ ਬਾਇਓ ਡਾਟਾ ਇਕੱਠਾ ਕਰ ਰਿਹਾ, ਪਰ ਤੈਨੂੰ ਆਪਣੇ ਦਾ ਪਤਾ ਹੀ ਕੋਈ ਨਹੀਂ ਹੈ। ਜਦੋਂ ਸਤਿਗੁਰੂ ਜੀ ਨੇ ਆਖਿਆ ਵੀ ਆਪ ਪਛਾਣ ਹੈ, ਤੂੰ ਆਪ ਆਪਣੇ ਆਪ ਨੂੰ ਪਛਾਣ ਲਏਗਾ, ਫਿਰ ਤੈਨੂੰ ਪ੍ਰੀਤਮ ਪਿਆਰੇ ਦਾ ਮਿਲਾਪ ਤੇ ਉਹਦੀ ਝੜੀ ਜਿਹੜੀ ਹੈ ਬਖਸ਼ਿਸ਼ ਦੀ ਤੇਰੇ ਤੇ ਹੋਏਗੀ। ਉਹਦੇ ਨਾਲ ਕੀ ਹੋਏਗਾ? ਝਿਮ ਝਿਮ ਅੰਮ੍ਰਿਤ ਵਰਸਦਾ। ਫਿਰ ਤੇਰੇ ਅੰਦਰ, ਤੇਰੇ ਮਨ ਉੱਤੇ ਉਹਦੇ ਨਾਮ ਦੀ ਜਿਹੜੀ ਝਿਮ ਝਿਮ ਅੰਮ੍ਰਿਤ ਦੀ ਬਰਸਾਤ ਹੋਈ। ਇਹੀ ਕਾਰਨ ਸੀ ਕਿ ਜਦੋਂ ਅਸੀਂ ਖੰਡੇ ਦੀ ਪਹੁਲ ਲੈਂਦੇ ਆ ਨਾ ਪੰਜਾਂ ਪਿਆਰਿਆਂ ਦੇ ਕੋਲੋਂ,
ਉਹ ਪੰਜੇ ਪਿਆਰਿਆਂ ਦੇ ਰੂਪ ਵਿੱਚ ਆਪ ਪਰਮੇਸ਼ਵਰ, ਆਪ ਸਤਿਗੁਰੂ ਜੀ ਵਰਤਦੇ ਨੇ। ਤੇ ਅਸੀਂ ਜਦੋਂ ਖੰਡੇ ਦੀ ਪਹੁਲ ਲੈਂਦੇ ਹਾਂ ਤੇ ਉਹ ਕੇਵਲ ਮੁਖ ਰਾਹੀਂ ਅੰਮ੍ਰਿਤ ਪੀਣ ਨੂੰ ਨਹੀਂ ਦਿੱਤਾ ਜਾਂਦਾ, ਸਗੋਂ ਸਾਡੇ ਸਿਰ ਦੀ ਚੋਟੀ ਵਿੱਚ ਵੀ ਪਾਇਆ ਜਾਂਦਾ ਹੈ। ਉਹ ਸਿਰ ਦੀ ਚੋਟੀ ਵਿੱਚ ਵੀ ਇਸ ਲਈ ਪਾਇਆ ਜਾਂਦਾ ਹੈ ਕਿਉਂਕਿ ਉਹ ਅੰਮ੍ਰਿਤ ਦਾ ਅਸਰ ਤੇਰੇ ਦਿਮਾਗ ਵਿੱਚ ਹੋ ਜਾਏ, ਤੇਰੇ ਮਨ ਉੱਤੇ ਉਸ ਅੰਮ੍ਰਿਤ ਦਾ ਪ੍ਰਭਾਵ ਜਿਹੜਾ ਉਹ ਤੇਰੇ ਪੈ ਜਾਏ। ਅੱਖਾਂ ਰਾਹੀਂ ਵੀ ਬੜਾ ਨੁਕਸਾਨ ਹੁੰਦਾ ਮਨ ਦਾ, ਅੱਖਾਂ ਵਿੱਚ ਵੀ ਛਿੱਟੇ ਮਾਰੇ ਜਾਂਦੇ ਨੇ, ਕਿਉਂਕਿ ਸਭ ਤੋਂ ਵੱਡਾ ਕਸੂਰ ਇਹਨਾਂ ਅੱਖਾਂ ਦਾ ਹੀ ਮੰਨਿਆ ਜਾਂਦਾ ਨਾ। ਅੱਖਾਂ ਰੱਜਦੀਆਂ ਹੀ ਕੋਈ ਨਹੀਂ ਦੁਨੀਆ ਦੇ, ਰੰਗ ਵੇਖ ਵੇਖ ਜਿੰਨੇ ਰੰਗ ਦੇਖਣ ਦੀ ਇੱਛਾ ਅੱਖਾਂ ਨੂੰ ਪੈਦਾ ਹੁੰਦੀ ਹੈ, ਉਨੀ ਹੀ ਤ੍ਰਿਸ਼ਨਾ ਮਨ ਦੀ ਅੰਦਰ ਵੱਧਦੀ ਜਾਂਦੀ ਹੈ। ਇਸ ਲਈ ਤ੍ਰਿਪਤ ਕਰਨ ਵਾਸਤੇ ਇਹਦੇ ਮੁਖ ਵਿੱਚ ਵੀ ਖੰਡੇ ਦੀ ਪਹੁਲ ਪਾਈ ਗਈ, ਇਹਦੇ ਅੱਖਾਂ ਦੇ ਵਿੱਚ ਵੀ ਛਿੱਟੇ ਮਾਰੇ ਗਏ, ਔਰ ਆਖਿਆ ਵੀ ਗੁਰੂ ਕੇ ਪਿਆਰਿਆ ਲਿਆ ਸਿਰ ਦੀ ਚੋਟੀ ਵਿੱਚ ਵੀ ਤੇਰੇ ਅੰਮ੍ਰਿਤ ਜਿਹੜਾ ਉਹ ਪਾ ਦਿਆਂ ਤਾਂ ਕਿ ਤੇਰਾ ਮਨ ਅੰਦਰ ਜਿਹੜਾ ਉਹ ਤ੍ਰਿਪਤ ਹੋ ਜਾਏ। ਹੁਣ ਇੱਥੇ ਆਖਿਆ ਝਿਮ ਝਿਮ ਅੰਮ੍ਰਿਤ ਵਰਸਦਾ, ਉਹ ਅੰਮ੍ਰਿਤ ਕਿੱਥੇ ਵਰਸ ਰਿਹਾ? ਝਿਮ ਝਿਮ ਕਰਕੇ ਮਨ ਦੇ ਉੱਤੇ। ਹੁਣ ਜਦੋਂ ਅੰਮ੍ਰਿਤ ਵਰਸਿਆ ਝਿਮ ਝਿਮ ਕਰਕੇ, ਕਹਿੰਦੇ ਨੇ ਕੀ ਹੋਇਆ? ਤ੍ਰਿਸ਼ਨਾ ਭੁੱਖ ਸਭ ਜਾਏ। ਜਿਹੜੀ ਅੰਦਰ ਤ੍ਰਿਸ਼ਨਾ ਦੀ ਪਿਆਸ ਬਣੀ ਸੀ ਉਹ ਵੀ ਬੁੱਝ ਗਈ, ਤੇ ਜਿਹੜੀ ਅੰਦਰ ਭੁੱਖ ਲੱਗੀ ਸੀ ਉਹ ਭੁੱਖ ਵੀ ਵਿਕਾਰਾਂ ਦੇ ਕਰਕੇ ਸਭ ਚਲੀ ਗਈ। ਅੰਦਰ ਨਾ ਹੁਣ ਕਿਸੇ ਪ੍ਰਕਾਰ ਦੀ ਭੁੱਖ ਰਹਿ ਗਈ, ਤੇ ਨਾ ਹੀ ਅੰਦਰ ਕਿਸੇ ਵੀ ਪ੍ਰਕਾਰ ਦੇ ਵਿੱਚ ਕਹਿੰਦੇ ਤ੍ਰਿਸ਼ਨਾ ਜਿਹੜੀ ਸੀ ਉਹ ਰਹਿ ਗਈ, ਕਿਉਂਕਿ ਤ੍ਰਿਸ਼ਨਾ ਦੀ ਪਿਆਸ ਇੰਨੀ ਅੰਦਰ ਵੱਧ ਚੁੱਕੀ ਸੀ ਬੰਦੇ ਦੇ ਕਿ ਇਹ ਦੁਨੀਆ ਦੇ ਸਾਰੇ ਰਸ ਜਿਹੜੇ ਲੈਣ ਵਾਸਤੇ ਤਿਆਰ ਹੋ ਗਿਆ, ਪਰ ਨਾਮ ਦਾ ਰਸ ਨਹੀਂ ਸੀ ਇਹ ਲੈਂਦਾ। ਪਰ ਹੁਣ ਜਦੋਂ ਇਹਨੂੰ ਸਮਝਾਇਆ ਕਿ ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਤੇਰੀ ਪਿਆਸ ਏਦਾਂ ਨਹੀਂ ਬੁੱਝਣੀ, ਜ਼ਿੰਦਗੀ ਮੁੱਕ ਜਾਣੀ ਹੈ, ਜ਼ਿੰਦਗੀ ਦਾ ਸਮਾਂ ਮੁੱਕ ਜਾਏਗਾ, ਤੇਰੀ ਪਿਆਸ ਨਹੀਂ ਬੁੱਝਣੀ। ਹੁਣ ਜਦੋਂ ਆਖਿਆ ਸਮਝ ਆਈ, ਆਪਣਾ ਆਪਾ ਪਛਾਣਿਆ, ਤੇ ਫਿਰ ਪੁਕਾਰ ਕੀਤੀ ਮਾਲਕ ਦੇ ਦਰ ਤੇ ਝਿਮ ਝਿਮ ਅੰਮ੍ਰਿਤ ਜਦੋਂ ਮਨ ਉੱਤੇ ਵਰਸਣਾ ਸ਼ੁਰੂ ਹੋਇਆ, ਤ੍ਰਿਸ਼ਨਾ ਭੁੱਖ ਸਭ ਜਾਏ। ਇਹਦੇ ਅੰਦਰ ਦੀ ਸਾਰੀ ਤ੍ਰਿਸ਼ਨਾ ਤੇ ਭੁੱਖ ਸਦਾ ਲਈ ਮੁੱਕ ਗਈ। ਕੂਕ ਪੁਕਾਰ ਨਾ ਹੋਵਈ, ਜੋਤੀ ਜੋਤ ਮਿਲਾਏ। ਥੋੜਾ ਜਿਹਾ ਧਿਆਨ ਲਾ ਕੇ ਸਮਝਣਾ। ਆਪ ਜੀ ਸੂਝਵਾਨ ਹੋ, ਗੁਰਬਾਣੀ ਦਾ ਗਿਆਨ ਰੱਖਣ ਵਾਲੇ ਹੋ। ਵਿਚਾਰ ਸ਼ੁਰੂ ਕੀਤੀ ਸੀ ਕਿ ਮਨ ਰੱਬੀ ਜੋਤ ਤੋਂ, ਆਤਮਿਕ ਜੀਵ ਤੋਂ ਵਿਛੜਿਆ ਹੈ। ਹਾਲਾਂਕਿ ਆਤਮਿਕ ਜੀਵ ਨੇ ਮਨੁੱਖਾ ਜਨਮ ਦੇ ਵਿੱਚ ਆ ਕੇ ਦੋ ਹੀ ਗੱਲਾਂ ਸੀ, ਜੀਉ ਪਾਏ ਪਿੰਡ ਜਿਨ ਸਾਜਿਆ, ਵੀ ਇਸ ਪਿੰਡ ਵਿੱਚ ਜਿੰਦ ਨੂੰ ਰੱਖ ਕੇ ਸਾਜਿਆ। ਹੁਣ ਉਸ ਜਿੰਦ ਨੇ ਆਪਣਾ ਇੱਕ ਹਿੱਸਾ ਜਿਹੜਾ ਸੀ ਆਪਣੇ ਤੋਂ ਅਲੱਗ ਕੀਤਾ, ਮਨ ਨੂੰ, ਵੀ ਤੂੰ ਜਾ ਕੇ ਤੂੰ ਸਰੀਰ ਦੇ ਸਹਾਰੇ, ਅੱਖਾਂ ਦੇ, ਕੰਨ ਦੇ, ਜ਼ੁਬਾਨ ਦੇ, ਇੰਦਰੀਆਂ ਦੇ ਸਹਾਰੇ ਤੂੰ ਨਾਮ ਦੀ ਸਵੰਤੀ ਬੂੰਦ ਲੈ ਕੇ ਆ, ਤੂੰ ਨਾਮ ਦਾ ਰਸ ਲੈ ਕੇ ਆ। ਹੁਣ ਇਹ ਚਲਾ ਤੇ ਗਿਆ, ਉਹ ਐਸੀ ਮਾਇਆ ਦੀ ਮੋਹ ਦੀ ਪਕੜ ਐਸੀ ਬਣ ਗਈ, ਪਿਛਾਂ ਮੁੜਨਾ ਹੀ ਭੁੱਲ ਗਿਆ, ਪਿੱਛੇ ਨੂੰ ਆਉਣਾ ਹੀ ਭੁੱਲ ਗਿਆ। ਉਹ ਹਨੇਰਾ ਐਸਾ ਹੋ ਗਿਆ ਕਿ ਇਹਨੂੰ ਦਿਖਾਈ ਕੁਛ ਨਾ ਦਿੱਤਾ। ਹੁਣ ਇਸ ਸਮੇਂ ਫਿਰ ਸਤਿਗੁਰੂ ਜੀ ਦਾ ਮਿਲਾਪ ਹੋਇਆ, ਸਤਿਗੁਰੂ ਨੇ ਰਾਹ ਦੱਸਿਆ, ਸਤਿਗੁਰੂ ਨੇ ਜੁਗਤੀ ਦੱਸੀ। ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ। ਨਰ ਕੌਣ ਹੈ? ਮਨ। ਜਦੋਂ ਨਰ ਨੂੰ ਜੁਗਤੀ ਸਮਝ ਵਿੱਚ ਆ ਗਈ ਤੇ ਫਿਰ ਉਹ ਜੁਗਤੀ ਰਾਹੀਂ ਝਿਮ ਝਿਮ ਅੰਮ੍ਰਿਤ ਵਰਸਣਾ ਸ਼ੁਰੂ ਹੋਇਆ, ਔਰ ਤ੍ਰਿਸ਼ਨਾ ਤੇ ਭੁੱਖ ਵੀ ਚਲੀ ਗਈ। ਕੂਕ ਪੁਕਾਰ ਨਾ ਹੋਵਈ, ਹੁਣ ਇਹਦਾ ਜਿਹੜਾ ਰੋਲਾ ਸੀ ਉਹ ਵੀ ਮੁੱਕ ਗਿਆ। ਜਿਵੇਂ ਕਬੀਰ ਸਾਹਿਬ ਨੇ ਕਿਹਾ ਸੀ ਨਾ, ਵੀ ਤੇਰਾ ਜਿਹੜਾ ਬਾਹਰ ਦਾ ਕੂਕਣਾ ਸੀ, ਬਾਹਰ ਦਾ ਰੋਲਾ ਸੀ ਪਾਉਣਾ, ਕਿਤੇ ਆਸਮਾਨ ਵੱਲ, ਕਿਸੇ ਪਹਾੜ ਦੀ ਚੋਟੀ ਵੱਲ ਮੁੱਖ ਕਰਕੇ, ਉਹ ਹੁਣ ਮੁੱਕ ਹੀ ਗਿਆ। ਮੁੱਲਾ ਮਨਾਰੇ ਕਿਆ ਚੜੈ, ਸਾਈਂ ਨਾ ਬਹਿਰਾ ਹੋਏ, ਜਾਂ ਕਾਰਨ ਤੂੰ ਬਾਂਗ ਦੇ ਦਿਲ ਹੀ ਭੀਤਰ ਜੋਏ। ਉਹ ਬਾਹਰ ਦਾ ਕੂਕਣਾ, ਬਾਹਰ ਦਾ ਰੋਲਾ, ਬਾਹਰ ਦਾ ਸ਼ੋਰ, ਸਾਰੇ ਦਾ ਸਾਰਾ ਹੀ ਕਹਿੰਦੇ ਹੁਣ ਨਹੀਂ ਹੁੰਦਾ। ਹੁਣ ਕੀ ਹੋਇਆ? ਜੋਤੀ ਜੋਤ ਮਿਲਾਏ। ਜਦੋਂ ਝਿਮ ਝਿਮ ਅੰਮ੍ਰਿਤ ਵਰਸਦਾ, ਜਦੋਂ ਅੰਮ੍ਰਿਤ ਵਰਸਿਆ, ਮਨ ਤ੍ਰਿਪਤ ਹੋ ਗਿਆ।
ਮਨ ਸੰਤੁਸ਼ਟ ਹੋ ਗਿਆ, ਮਨ ਵਿੱਚ ਸਬਰ ਸੰਤੋਖ ਆ ਗਿਆ, ਮਨ ਹੁਣ ਪਿਛਾਂ ਨੂੰ ਮੁੜਿਆ। ਜਦੋਂ ਪਿਛਾਂ ਨੂੰ ਮੁੜਿਆ ਤੇ ਫਿਰ ਕੀ ਹੋਇਆ? ਜੋਤੀ ਜੋਤ ਮਿਲਾਏ। ਉਹ ਜਿਹੜੀ ਰੱਬੀ ਜੋਤ ਸੀ ਨਾ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਆ ਮਨ ਵੀ ਤੇ ਇਹੀ ਹੈ ਨਾ, ਮਨ ਤੂੰ ਜੋਤ ਸਰੂਪ ਹੈ। ਜਦੋਂ ਮਨ ਤੂੰ ਜੋਤ ਸਰੂਪ ਨੂੰ ਆਪਣਾ ਆਪ ਪਛਾਣ ਚ ਆਇਆ, ਇਹਨੇ ਫਿਰ ਨਾਮ ਦਾ ਰਸ ਲੈ ਕੇ ਭਰ ਕੇ ਲੈ ਕੇ ਗਿਆ, ਨਾਮ ਦਾ ਰਸ, ਤੇ ਜਾ ਕੇ ਜੀਵ ਆਤਮਾ ਨੂੰ ਦਿੱਤਾ। ਉੱਥੇ ਕੀ ਹੋਇਆ? ਜੋਤੀ ਜੋਤ ਮਿਲਾਏ। ਜਦੋਂ ਖਸਮ ਦਾ, ਮਾਲਕ ਦਾ, ਪਰਮੇਸ਼ਵਰ ਦਾ ਨਾਮ ਰਸ ਮਨ ਨੇ ਲਿਆ ਕੇ ਇਸ ਜੀਵ ਆਤਮਾ ਨੂੰ ਦੇਣਾ ਕੀਤਾ। ਕਹਿੰਦੇ ਜਿਹੜੀ ਆ ਮਨ ਰੂਪੀ ਜੋਤ ਸੀ, ਉਹ ਆਤਮਿਕ ਜੋਤ ਵਿੱਚ ਜਾ ਕੇ ਜਦੋਂ ਮਿਲ ਜਾਂਦੀ ਹੈ, ਨਾਨਕ ਸੁਖ ਸਵਨ ਸੁਹਾਗਣੀ, ਸੱਚੇ ਨਾਮ ਸਮਾਏ। ਗੱਲ ਕਲੀਅਰ ਹੋ ਗਈ। ਸੱਚੇ ਨਾਮ ਸਮਾਏ। ਜਦੋਂ ਨਾਮ ਕੌਣ ਲੈ ਕੇ ਗਿਆ? ਨਾਮ ਲੈ ਕੇ ਗਿਆ ਮਨ। ਜਦੋਂ ਮਨ ਨਾਮ ਦਾ ਰਸ ਭਰ ਕੇ ਲੈ ਕੇ ਗਿਆ ਤੇ ਉਹ ਨਾਮ ਸਮਾ ਗਿਆ ਜੀਵ ਆਤਮਾ ਵਿੱਚ, ਤੇ ਜੀਵ ਆਤਮਾ ਕਹਿੰਦੀ ਮੈਂ ਸੁਹਾਗਣ ਹੋ ਗਈ ਹਾਂ, ਮੈਂ ਸੁਹਾਗਣੀ ਹੋ, ਮੈਨੂੰ ਸ਼ੁਭ ਗੁਣ ਉਹ ਮਿਲ ਗਏ, ਹੁਣ ਮੈਂ ਸੁਹਾਗਣ ਬਣ ਕੇ ਸਦਾ ਆਪਣੇ ਮਾਲਕ ਦੀ ਹੋ ਗਈ ਹਾਂ। ਹੁਣ ਮੈਂ ਆਰਾਮ ਨਾਲ ਸੌਂ ਸਕਦੀ ਹਾਂ, ਮੇਰੀ ਬੇਚੈਨੀ ਖਤਮ ਹੋ ਗਈ, ਮੇਰੀ ਉਡੀਕ ਖਤਮ ਹੋ ਗਈ, ਮੇਰਾ ਇੰਤਜ਼ਾਰ ਖਤਮ ਹੋ ਗਿਆ, ਕਿਉਂਕਿ ਮੇਰਾ ਮਨ ਜਿਹੜਾ ਜਿਸ ਲਈ ਭੇਜਿਆ ਸੀ ਨਾ, ਉਹ ਵਾਪਸ ਅੰਮ੍ਰਿਤ ਦਾ ਰਸ ਲੈ ਕੇ ਆ ਗਿਆ। ਤੇ ਜਦੋਂ ਅੰਮ੍ਰਿਤ ਦਾ ਰਸ ਮਿਲਿਆ ਤੇ ਆਤਮਿਕ ਜੀਵ ਵਿੱਚ ਖੜਾਓ ਆ ਗਿਆ, ਆਤਮ ਸਦਾ ਲਈ ਅੰਦਰ ਖੁਸ਼ੀ ਖੇੜਾ ਬਣ ਗਿਆ। ਤੇ ਫਿਰ ਅੰਦਰ ਉਹ ਕਹਿੰਦੀ ਹੁਣ ਮੈਂ ਸੁਹਾਗਣੀ ਹੋ ਗਈ ਹਾਂ, ਹੁਣ ਸੁਖ ਸਵੰਨ, ਸੁਖ ਵਿੱਚ, ਆਰਾਮ ਵਿੱਚ, ਅਡੋਲਤਾ ਵਿੱਚ ਹੁਣ ਮੈਂ ਆਰਾਮ ਨਾਲ ਜਿਹੜਾ ਟਿਕ ਸਕਦੀ ਹਾਂ, ਕਿਉਂਕਿ ਮੈਨੂੰ ਮੇਰੇ ਮਾਲਕ ਦੀ ਪ੍ਰਾਪਤੀ ਜਿਹੜੀ ਹੈ ਉਹ ਹੋ ਗਈ ਹੈ। ਇਸ ਲਈ ਸਤਿਗੁਰੂ ਜੀ ਕਹਿੰਦੇ ਮਨ ਤੂੰ ਬਬੀਹਾ ਬਣ ਬਬੀਹਾ। ਤੇ ਸਵੰਤੀ ਬੂੰਦ ਦੀ ਪੁਕਾਰ ਕਰਨ ਲਈ ਤੈਨੂੰ ਜੀਵ ਆਤਮਾ ਨੇ ਭੇਜਿਆ। ਤੂੰ ਸਵੰਤੀ ਬੂੰਦ ਲੈਣ ਲਈ ਗੁਰਦੁਆਰੇ ਆ, ਸਤਿਗੁਰੂ ਦੇ ਦਰ ਤੇ ਆ। ਸਤਿਗੁਰੂ ਤੈਨੂੰ ਆਵਾਜ਼ ਦੇਣਗੇ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਤੇ ਫਿਰ ਤੇਰੀ ਆਤਮਿਕ ਜੀਵ ਜਿਹੜਾ ਹੈ ਨਾ, ਉਹਨੂੰ ਵੀ ਖੁਸ਼ੀਆਂ ਪ੍ਰਾਪਤ ਹੋ ਜਾਣਗੀਆਂ। ਪਰ ਮਨ ਹਜੇ ਕਿੱਥੇ ਮੰਨਦਾ? ਮਨ ਹਜੇ ਰਾਜੀ ਕੋਈ ਨਹੀਂ ਹੁੰਦਾ। ਤ੍ਰਿਸ਼ਨਾ ਬੁੱਝ ਮੁੱਕਦੀ ਕੋਈ ਨਹੀਂ ਪਈ, ਭੁੱਖਾਂ ਮੁੱਕਦੀਆਂ ਕੋਈ ਨਹੀਂ ਪਈਆਂ, ਮਨ ਤੇ ਭਟਕਦਾ ਪਿਆ ਹਜੇ। ਤੇ ਅੰਦਰ ਦੀ ਜੀਵ ਆਤਮਾ ਕੁਰਲਾਉਂਦੀ ਪਈ ਹੈ, ਉਹ ਰੋਂਦੀ ਪਈ ਹੈ ਵੀ ਮੈਂ ਕਿੰਨੀ ਕਰਮਹੀਣ ਆ, ਕਿੰਨੇ ਕਰਮਾਂ ਦੀ ਮਾਰੀ ਆ, ਵੀ ਇੱਕ ਮਨ ਭੇਜਿਆ ਸੀ ਉਹ ਵੀ ਮੁੜ ਕੇ ਵਾਪਸ ਨਹੀਂ ਆਇਆ, ਤੇ ਮੇਰਾ ਮਿਲਾਪ ਉਸ ਨਿਰੰਕਾਰ ਨਾਲ ਕਿਵੇਂ ਹੋਏਗਾ? ਫਿਰ ਅੰਦਰ ਦੀ ਪੁਕਾਰ ਕਿਤੇ ਸਾਡਾ ਮਨ ਸੁਣ ਲਏ, ਇਹਨੂੰ ਕਿਤੇ ਆਪਣੇ ਦੀ ਆਵਾਜ਼ ਸੁਣਾਈ ਦੇਵੇ, ਤੇ ਇਹ ਸਤਿਗੁਰੂ ਦੇ ਦੁਆਰੇ ਆਵੇ, ਤੇ ਇਹ ਜਿਹੜੀ ਆਤਮਿਕ ਆਵਾਜ਼ ਹੈ ਉਹ ਕਿਤੇ ਸੁਣਾਵੇ। ਕਰਮਹੀਣ ਧਨ ਕਰੇ ਬੇਨੰਤੀ, ਕਦ ਨਾਨਕ ਆਵੇ ਵਾਰੀ, ਸਭ ਸੁਹਾਗਣ ਮਾਣੇ ਰਲੀਆਂ ਇੱਕ ਦੇਵੋ ਰਾਤ ਮੁਰਾਰੀ। ਸਭ ਕਹਿੰਦੇ ਨੇ ਨਾਨਕ ਸੁਖ ਸਵਨ ਸੁਹਾਗਣੀ। ਆਪਾਂ ਵੀ ਇਹ ਅਵਸਥਾ ਬਣਾਉਣੀ ਹੈ, ਤੇ ਅਸੀਂ ਵੀ ਪੁਕਾਰ ਕਰੀਏ ਕਿਤੇ ਸਤਿਗੁਰੂ ਦੀ ਮਿਹਰ ਹੋ ਜਾਏ। ਕਦ ਨਾਨਕ ਆਵੇ ਵਾਰੀ, ਕਦ ਨਾਨਕ ਆਵੇ ਵਾਰੀ, ਕਦ ਕਰਮਹੀਣ ਧਨ ਕਰੈ ਬੇਨੰਤੀ, ਕਰਮਹੀਣ ਧਨ ਕਰੈ ਬੇਨੰਤੀ। ਕਦ ਨਾਨਕ ਆਵੇ ਵਾਰੀ, ਕਦ ਨਾਨਕ ਆਵੇ ਵਾਰੀ। ਸਭ ਸੁਹਾਗਣ ਮਾਣੈ ਰਲੀਆਂ, ਸਭ ਸੁਹਾਗਣ ਮਾਣੈ ਰਲੀਆਂ। ਸਭ ਸੁਹਾਗਣ ਮਾਣੈ ਰਲੀਆਂ, ਸਭ ਸੁਹਾਗਣ ਮਾਣੈ ਰਲੀਆਂ।
ਇਕ ਦੇਵੋ ਰਾਤ ਮੁਰਾਰੀ, ਇਕ ਦੇਵੋ ਰਾਤ ਮੁਰਾਰੀ, ਇਕ ਕਦ ਨਾਨਕ ਆਵੈ ਵਾਰੀ, ਕਦ ਨਾਨਕ ਆਵੈ ਵਾਰੀ। ਇਹ ਸਾਡੀ ਬੇਨਤੀ ਹੈ ਕਿ ਅਸੀਂ ਵੀ ਸੁਹਾਗਣ ਮੰਨ ਕੇ ਨਿਰੰਕਾਰ ਦੇ ਚਰਨਾਂ ਵਿੱਚ ਲੀਨ ਹੋ ਕੇ ਆਨੰਦ, ਖੁਸ਼ੀਆਂ, ਖੇੜਾ ਪ੍ਰਾਪਤ ਕਰ ਸਕੀਏ। ਉਹਦੇ ਲਈ ਸਾਡੇ ਮਨ ਨੂੰ ਗੁਰੂ ਚਰਨਾਂ ਵਿੱਚ ਜੁੜ ਕੇ ਇਹ ਅੰਮ੍ਰਿਤ ਦੇ ਰਸ ਦੀ ਪ੍ਰਾਪਤੀ ਕਰਨੀ ਪਏਗੀ। ਤੇ ਜਿਨ੍ਹਾਂ ਦਾ ਮਨ ਗੁਰੂ ਚਰਨਾਂ 'ਚ ਆ ਕੇ ਬਬੀਹਾ ਬਣ ਕੇ ਨਾਮ ਰਸ ਲਈ ਪ੍ਰਾਪਤੀ ਲਈ ਅਰਦਾਸ ਕਰਦਾ ਹੈ, ਉਹਨਾਂ ਦੇ ਫਿਰ ਆਤਮਿਕ ਜੀਵਨ ਵਿੱਚ ਸੁਹਾਗਣ ਵਾਲੇ ਗੁਣ ਆ ਜਾਂਦੇ ਨੇ, ਔਰ ਫਿਰ ਸਦਾ ਲਈ ਉਹ ਨਿਰੰਕਾਰ ਵਿੱਚ ਲੀਨ ਹੋ ਕੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭ ਆਪੇ ਮਿਲੇ ਵਾਲਾ ਜੀਵਨ ਬਣਾ ਲੈਂਦੇ ਹਨ। ਸਾਡੇ ਤੇ ਵੀ ਗੁਰੂ ਸਾਹਿਬ ਦੀ ਕਿਰਪਾ ਹੋਵੇ, ਬਾਣੇ ਬਾਣੀ ਨਾਲ ਜੁੜ ਕੇ ਨਿਤਨੇਮੀ ਬਣ ਕੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਕੇ ਨੇਕ ਜੀਵਨ ਬਣਾ ਕੇ ਅਸੀਂ ਆਪਣਾ ਜੀਵਨ ਸਫਲਾ ਕਰ ਸਕੀਏ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ। ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾ ਲਈਏ ਜੀ। ਕੂਕ ਪੁਕਾਰ ਨਾ ਹੋਵਈ, ਜੋਤੀ ਜੋਤ ਮਿਲਾਏ, ਨਾਨਕ ਸੁਖ ਸਵਨ ਸੁਹਾਗਣੀ, ਸੱਚੇ ਨਾਮ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।